जिसमें है अमृत ज्ञान है, मानक भगत वैराग। गुरु ग्रंथ साहिब उदद, बंदों कर अनुराग। गुरु ग्रंथ साहिब उदद, बंदों कर अनुराग। सतनाम श्री वाहिगुरु साहिब जीओ। दोहरा श्री नानक उपदेश में माया कहो जिकूर। पुन तिस बिन व्यवहार जी, होत नहीं को पूर। वाहिगुरु जी का खालसा, वाहिगुरु जी की फतेह। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਬਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ, ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਵਾਂ ਦੀ ਕਲਿਆਣ ਕਰਦਿਆਂ ਮੁਲਤਾਨ ਨਗਰ 'ਚ ਪਹੁੰਚੇ ਹਨ। ਮੁਲਤਾਨ ਵਿੱਚ ਬਹੁਤ ਸਾਰੇ ਮੁਸਲਮਾਨ ਪੀਰ ਤੇ ਫਕੀਰ ਰਹਿੰਦੇ ਸੀ। ਮੁਲਤਾਨ ਵਿੱਚ ਇੱਕ ਮਹਾਨ ਸੂਫੀ ਮਹਾਤਮਾ ਸ਼ਮਸ ਤਬਰੇਜ਼ ਜੀ ਹੋਏ ਹਨ। ਉਹਨਾਂ ਦੀ ਜਗ੍ਹਾ ਹੈ ਮੁਲਤਾਨ ਵਿੱਚ। ਉਸੇ ਜਗ੍ਹਾ ਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਜਦੋਂ ਮੁਲਤਾਨ ਦੇ ਪੀਰਾਂ ਨੂੰ ਲੱਗਾ ਕਿ ਗੁਰੂ ਨਾਨਕ ਸਾਹਿਬ ਨੇ, ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸਿੱਧ ਮੰਡਲੀਆਂ ਜਿੱਤ ਲਈਆਂ ਨੇ, ਵੱਡੇ ਵੱਡੇ ਪੀਰ ਔਲੀਏ ਆਪਣੇ ਚਰਨਾਂ 'ਚ ਝੁਕਾ ਲਏ ਨੇ, ਉਹਨਾਂ ਨੇ ਕਟੋਰਾ ਦੁੱਧ ਦਾ ਭਰ ਕੇ ਸਤਿਗੁਰਾਂ ਵੱਲ ਭੇਜਿਆ ਇਹ ਦੱਸਣ ਵਾਸਤੇ ਕਿ ਜੀ ਮੁਲਤਾਨ ਤਾਂ ਪਹਿਲਾਂ ਹੀ ਪੀਰਾਂ ਨਾਲ ਭਰਿਆ ਹੋਇਆ, ਇੱਥੇ ਹੋਰ ਪੀਰ ਦੀ ਲੋੜ ਨਹੀਂ। ਸਤਿਗੁਰਾਂ ਨੇ ਕਟੋਰੇ ਦੇ ਉੱਤੇ ਇੱਕ ਚਮੇਲੀ ਦਾ ਨਿੱਕਾ ਜਿਹਾ ਫੁੱਲ ਉਹ ਰੱਖ ਦਿੱਤਾ ਜੋ ਦੁੱਧ ਦੇ ਵਿੱਚ ਸਮਾ ਗਿਆ। ਪਾਤਸ਼ਾਹ ਨੇ ਦੱਸਿਆ ਕਿ ਭਾਈ ਅਸੀਂ ਕੋਈ ਦਾਵਾ ਕਰਕੇ ਇੱਥੇ ਵਖਰੇਵਾਂ ਪੈਦਾ ਕਰਨ ਨਹੀਂ ਆਏ, ਉਹਨਾਂ ਪੀਰਾਂ ਦੇ ਵਿੱਚ ਸੁਗੰਧੀ ਮੜ ਕੇ ਮਿਲਣ ਵਾਸਤੇ ਆਏ ਹੋਏ ਹਾਂ। ਪੀਰ ਬਹਾਵਲ ਹੱਕ, ਪੀਰ ਸ਼ਮਸ਼ ਇਹ ਸਤਿਗੁਰਾਂ ਦੇ ਕੋਲ ਆਏ ਨੇ। ਮਹਾਰਾਜ ਜੀ ਨਾਲ ਵਾਰਤਾਲਾਪ ਹੋ ਰਹੀ ਹੈ। ਸਤਿਗੁਰੂ ਜੀ ਇਹਨਾਂ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰ ਰਹੇ ਨੇ ਕਿ ਜਗਤ ਝੂਠਾ ਹੈ, ਮਿਰਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਹੈ। ਜਿਵੇਂ ਸੁੱਤਾ ਪਿਆ ਮਨੁੱਖ ਸੁਪਨੇ 'ਚ ਨਦੀ ਪਾਰ ਕਰਦਾ, ਨਦੀ ਵੀ ਝੂਠੀ ਹੈ। ਨਦੀ ਪਾਰ ਕਰਨ ਵੇਲੇ ਜਿਹੜਾ ਮਲਾਹ ਹੁੰਦਾ ਉਹਨੂੰ ਟਕਾ ਦਿੰਦਾ ਹੈ ਕਿਰਾਏ ਵਜੋਂ, ਉਹ ਟਕਾ ਵੀ ਝੂਠਾ ਤੇ ਮਲਾਹ ਵੀ ਝੂਠਾ। ਇਸੇ ਤਰ੍ਹਾਂ ਇਹ ਸੰਸਾਰ ਸੁਪਨੇ ਦੇ ਮਨਿੰਦਾ ਹੈ। ਇਹ ਸਭ ਨਸ਼ਵਰ ਹੈ, ਨਾਸ਼ਵਾਨ ਹੈ। ਜਿਵੇਂ ਰੱਸੀ 'ਚ ਸੱਪ ਦੀ ਕਲਪਨਾ ਹੁੰਦੀ ਹੈ, ਇਸੇ ਤਰ੍ਹਾਂ ਨਿਰੰਕਾਰ ਸੱਤ ਹੈ, ਉਹਦੇ ਵਿੱਚ ਇਹ ਸਾਰਾ ਸੰਸਾਰ ਭਾਸ ਰਿਹਾ ਹੈ। ਗਰੀਬਨਵਾਜ ਸਤਿਗੁਰੂ ਜੀ ਇਹ ਪਾਵਨ ਉਪਦੇਸ਼ ਬਹਾਵਲ ਹੱਕ ਨੂੰ ਬਖਸ਼ਿਸ਼ ਕਰ ਰਹੇ ਨੇ। ਉੱਥੇ ਜਿੰਨੇ ਪੀਰ ਨੇ ਉਹਨਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਜੋੜੀਏ। ਅੱਜ ਪਾਤਸ਼ਾਹ ਨੇ ਹਾਜ਼ਰਨਾਮਾ ਉਚਾਰਨ ਕਰਨਾ ਹੈ। ਉਹਦੀ ਪਹਿਲੀ ਪੰਕਤੀ 'ਚ ਪਾਤਸ਼ਾਹ ਕਹਿੰਦੇ ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਹਾਜ਼ਰ ਹੁੰਦੇ ਆ ਉਹਨਾਂ ਤੇ ਸਤਿਗੁਰਾਂ ਦੀ ਮਿਹਰ ਦ੍ਰਿਸ਼ਟੀ ਹੁੰਦੀ ਹੈ। ਆਪਣੀਆਂ ਸੁਰਤੀਆਂ ਗੁਰੂ ਚਰਨਾਂ 'ਚ ਹਾਜ਼ਰ ਕਰਨ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
श्री नानक उपदेश में माया कहो जे कूर। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ, ਮਹਾਰਾਜ ਜੀ ਆਪ ਜੀ ਆਪਣੇ ਉਪਦੇਸ਼ ਦੁਆਰਾ ਇਹ ਦੱਸ ਰਹੇ ਹੋ ਕਿ ਜਿਹੜੀ ਮਾਇਆ ਹੈ ਇਹ ਝੂਠੀ ਹੈ। ਇਹ ਜਿਹੜੀ ਮਾਇਆ ਵਰਤ ਰਹੀ ਹੈ ਸੰਸਾਰ ਵਿੱਚ, ਇਹ ਝੂਠ ਹੈ। ਪੁਨ ਤਿਸ ਬਿਨ ਵਿਵਹਾਰ ਜੀ ਹੋਤ ਨਹੀਂ ਕੋ ਪੂਰ। ਮਹਾਰਾਜ ਜੀ ਪਰ ਇਸ ਮਾਇਆ ਤੋਂ ਬਿਨਾਂ ਤਾਂ ਸੰਸਾਰ ਦੇ ਕੰਮ ਨਹੀਂ ਹੁੰਦੇ। ਤੁਸੀਂ ਕਹਿੰਦੇ ਹੋ ਮਾਇਆ ਝੂਠ ਹੈ। ਜੇ ਮਾਇਆ ਝੂਠ ਹੈ ਤਾਂ ਇਸ ਮਾਇਆ ਤੋਂ ਬਿਨਾਂ ਤਾਂ ਕੋਈ ਵੀ ਕੰਮ ਪੂਰੇ ਨਹੀਂ ਹੁੰਦੇ ਸੰਸਾਰ ਦੇ ਜਗਤ ਦੇ। ਕੋਈ ਵੀ ਕੰਮ ਕਰਨਾ ਉਹਦੇ ਲਈ ਮਾਇਆ ਚਾਹੀਦੀ ਹੈ। ਜੋ ਪਈ ਉੱਤਰ ਸ੍ਰੀ ਗੁਰ ਸੁਨ ਤੇ ਅਲਾਇਆ। ਜਦੋਂ ਬਹਾਵਲ ਹੱਕ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕਰਕੇ ਸਵਾਲ ਪੁੱਛਿਆ, ਉਹਦਾ ਜਵਾਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ। ਨਿਸ਼ਚੇ ਜਾਨੋ ਝੂਠੀ ਮਾਇਆ। ਮਹਾਰਾਜ ਜੀ ਕਹਿੰਦੇ, ਬਹਾਵਲ ਜੀ ਇਹ ਸੰਸਾਰ ਦੇ ਵਿੱਚ ਜਿਤਨੀ ਵੀ ਮਾਇਆ, ਚਾਹੇ ਉਹ ਰੁਪਈਆਂ ਕਰਕੇ ਵਰਤ ਰਹੀ ਹੈ, ਚਾਹੇ ਉਦਾਂ ਵਰਤ ਰਹੀ ਹੈ ਜੜ ਤੇ ਚੇਤਨ ਰੂਪ ਵਿੱਚ, ਇਹ ਸਾਰੀ ਮਾਇਆ ਨਿਸ਼ਚੈ ਕਰਕੇ ਜਾਣ ਲਵੋ ਕਿ ਝੂਠੀ ਹੈ। ਤੈਸੇ ਝੂਠੇ ਤੈ ਵਿਵਹਾਰਾ। ਜਿਵੇਂ ਮਾਇਆ ਝੂਠੀ ਹੈ, ਏਦਾਂ ਇਹਦੇ ਵਿਵਹਾਰ ਵੀ ਝੂਠੇ ਨੇ। ਮਾਇਆ ਝੂਠੀ ਹੈ ਔਰ ਇਹਦੇ ਨਾਲ ਜਿਹੜੇ ਵਿਵਹਾਰ ਹੁੰਦੇ ਨੇ ਉਹ ਵਿਵਹਾਰ ਵੀ ਝੂਠੇ ਹਨ। ਲਖੋ ਸਤ ਜਿਉ ਦਾਮ ਬਿਹਾਰਾ। ਜਿਵੇਂ ਰੱਸੀ ਦੇ ਵਿੱਚ ਸੱਪ ਸੱਚਾ ਨਜ਼ਰ ਆਉਂਦਾ ਨਾ, ਪਰ ਉਹ ਸੱਪ ਹੁੰਦਾ ਨਹੀਂ। ਇਸੇ ਤਰ੍ਹਾਂ ਜਿਵੇਂ ਇਹ ਮਾਇਆ ਸੱਚ ਭਾਸਦੀ ਹੈ, ਇਹ ਸੱਚ ਨਹੀਂ। ਇਹਦੇ ਵਿਵਹਾਰ ਵੀ ਝੂਠੇ ਨੇ ਔਰ ਇਹ ਮਾਇਆ ਵੀ ਝੂਠੀ ਹੈ। ਇਹਦੇ ਵਾਸਤੇ ਸਤਿਗੁਰੂ ਜੀ ਉਦਾਹਰਣ ਦੇ ਕੇ ਸਮਝਾਉਂਦੇ ਹਨ। ਸੁਪਨ ਵਿਖੇ ਜਿਉ ਸਰਤਾ ਬਾਰਾ। ਮਹਾਰਾਜ ਜੀ ਕਹਿੰਦੇ ਜਿਵੇਂ ਸੁਪਨੇ ਵਿੱਚ ਨਹਿਰ ਆਈ, ਸੁਪਨਾ ਵੇਖਿਆ, ਸੁਪਨੇ ਦੇ ਵਿੱਚ ਵੇਖਿਆ ਵੀ ਨਦੀ ਭਰ ਕੇ ਵਗ ਰਹੀ ਹੈ। ਚਹਿਤ ਨਾਉ ਚੜ ਉਤਰਿਓ ਪਾਰਾ। ਹੁਣ ਉੱਥੇ ਨੂੰ ਕਿਸ਼ਤੀ ਚਾਹੀਦੀ ਸੀ, ਕਿਸ਼ਤੀ ਆ ਗਈ। ਇਹ ਕਿਸ਼ਤੀ ਤੇ ਸਵਾਰ ਹੋਇਆ ਸੁਪਨੇ 'ਚ, ਔਰ ਉਸ ਨਦੀ ਤੋਂ ਪਾਰ ਉਤਰ ਕੇ ਚਲਾ ਗਿਆ। ਸੁਪਨ ਟਕਾ ਦੇ ਸੋ ਲੰਘ ਜਾਈ। ਹੁਣ ਸੁਪਨੇ ਵਿੱਚ ਹੀ ਮਲਾਹ ਨੂੰ ਟਕਾ ਦਿੱਤਾ ਤੇ ਟਕਾ ਦੇ ਕੇ ਨਹਿਰ ਤੋਂ ਪਾਰ ਉਤਰ ਗਿਆ। ਇਸੀ ਰੀਤ ਤੈ ਲਿਓ ਲਖਾਈ। ਹੁਣ ਉਹ ਸੁਪਨੇ ਦੀ ਨਹਿਰ ਵੀ ਝੂਠੀ, ਉਹਦੇ ਤੇ ਕਿਸ਼ਤੀ ਵੀ ਝੂਠੀ, ਜਿਹੜੇ ਪੈਸੇ ਦਿੱਤੇ ਉਹ ਵੀ ਝੂਠੇ, ਉਹਦੇ ਤੋਂ ਜਿਹੜਾ ਪਾਰ ਉਤਰਿਆ ਉਹ ਵੀ ਝੂਠ ਹੀ ਕਿਰਿਆ ਸੀ ਨਾ, ਸੁਪਨਾ ਜੋ ਸੀ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਗਤ ਦੇ ਵਿਵਹਾਰ ਸੁਪਨੇ ਦੇ ਮੰਨਿੰਦ ਝੂਠੇ ਨੇ। ਇਹਦੇ ਵਿੱਚ ਜਿਹੜੀ ਅਸੀਂ ਇਹ ਮਾਇਆ ਵਰਤ ਰਹੇ ਹਾਂ, ਇਹ ਵੀ ਸੁਪਨੇ ਦੇ ਵਿੱਚ ਕਲਪੀ ਹੋਈ ਝੂਠ ਹੀ ਹੈ, ਇਹ ਸਤ ਨਹੀਂ ਹੈ। ਪਰਮੇਸ਼ਰ ਨਿਤ ਸਤ ਪਛਾਨੋ। ਅਗਰ ਕੁਝ ਸਤ ਹੈ ਤਾਂ ਉਹ ਕੇਵਲ ਪਾਰ ਬ੍ਰਹਮ ਪਰਮੇਸ਼ਰ ਹੀ ਤ੍ਰਈ ਕਾਲ ਸਤ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤ੍ਰਈ ਕਾਲ ਕੇਵਲ ਪਾਰ ਬ੍ਰਹਮ ਪਰਮੇਸ਼ਰ ਹੀ ਸਤ ਹੈ। ਤਾਂ ਕੋ ਨਾਮ ਸਤ ਮਨ ਮਾਨੋ। ਉਹ ਆਪ ਵੀ ਸਤ ਹੈ ਔਰ ਉਹਦਾ ਨਾਮ ਵੀ ਸਤ ਹੈ। ਪਰਮੇਸ਼ਰ ਵੀ ਸਤ ਹੈ ਔਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਵੀ ਤ੍ਰਈ ਕਾਲ ਸਤ ਹੈ। ਇਸ ਕਰਕੇ ਪਾਤਸ਼ਾਹ ਨੇ ਮੂਲ ਮੰਤਰ ਚ ਕਿਹਾ ਸਤ ਨਾਮ। ਪਰਮੇਸ਼ਰ ਦਾ ਨਾਮ ਤ੍ਰਈ ਕਾਲ ਸਤ ਹੈ। ਜਪ ਮਨ ਸਤ ਨਾਮ ਸਦਾ। ਸਤ ਨਾਮ ਪਰਮੇਸ਼ਰ ਦਾ ਨਾਮ ਸਦਾ ਹੀ ਸਤ ਹੈ। ਰੁਕਨ ਦੀਨ ਪੁਨ ਬੈਨ ਅਲਾਏ। ਜਦੋਂ ਸਤਿਗੁਰੂ ਜੀ ਨੇ ਬਹਾਵਲ ਹੱਕ ਨੂੰ ਇਹ ਬਚਨ ਕਹੇ ਤੇ ਲਾਗੇ ਰੁਕਨ ਦੀਨ ਕਾਜੀ ਬੈਠਾ ਸੀ। ਕਾਜੀ ਰੁਕਨ ਦੀਨ ਮਹਾਰਾਜ ਜੀ ਨੂੰ ਬੋਲ ਕੇ ਕਹਿਣ ਲੱਗਾ, ਸੰਤ ਜੋ ਲੱਛਣ ਦਿਓ ਬਤਾਏ। ਕਹਿਣ ਲੱਗਾ ਜੀ ਆਪ ਜੀ ਕਿਰਪਾ ਕਰਕੇ ਸੰਤਾਂ ਦੇ ਲੱਛਣ ਦੱਸੋ ਕਿ ਸੰਤ ਕਿਹੋ ਜਿਹੇ ਹੁੰਦੇ ਆ। ਆਮ ਕਰਕੇ ਲੋਕਾਂ ਦੀ ਦ੍ਰਿਸ਼ਟੀ ਵਿੱਚ ਸੰਤ ਉਹ ਨੇ ਜਿਹਨੇ ਲੰਮਾ ਜਿਹਾ ਚੋਗਾ ਪਾਇਆ ਹੋਵੇ, ਮਾਲਾ ਫੜੀ ਹੋਵੇ, ਇੱਕ ਹੱਥ ਦੇ ਵਿੱਚ ਬਰਾਗਣ ਫੜੀ ਹੋਵੇ ਤੇ ਵਿਖਾਵਾ ਜਿਹਾ ਕੀਤਾ ਹੋਵੇ, ਲੋਕ ਕਹਿੰਦੇ ਆ ਸੰਤ ਹੈ। ਠੀਕ ਹੈ, ਬਾਹਰਲਾ ਭੇਸ ਵੀ ਹੁੰਦਾ, ਭੇਖ ਵੀ ਹੈ,
ਪਰ ਜੇ ਉਹ ਭੇਖ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾਉਂਦਾ ਤੇ ਫਿਰ ਉਹ ਭੇਖ ਪਖੰਡੀ ਹੈਗਾ। ਪੁੱਛਣ ਲੱਗਾ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਸੰਤ ਦੇ ਲੱਛਣ ਕੀ ਹਨ। ਕੈਸੋ ਤਿਨ ਆਚਾਰ ਵਿਵਹਾਰਾ। ਸੰਤਾਂ ਦਾ ਆਚਰਣ ਕਿਹੋ ਜਿਹਾ ਹੁੰਦਾ ਹੈ? ਸੰਤਾਂ ਦਾ ਵਿਵਹਾਰ ਕਿਹੋ ਜਿਹਾ ਹੁੰਦਾ ਹੈ? ਤੈ ਮਿਸ ਦੇ ਉਪਦੇਸ਼ ਸੁਖਾਰਾ। ਉਹਦੇ ਬਹਾਨੇ ਆਪ ਜੀ ਕਿਰਪਾ ਕਰਕੇ ਸਾਨੂੰ ਇਹ ਸੁਖਾਲਾ ਉਪਦੇਸ਼ ਬਖਸ਼ਿਸ਼ ਕਰੋ। ਸ੍ਰੀ ਗੁਰ ਭੰਨਿਓ ਸੁਨੋ ਦੇ ਕਾਨਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਰੁਕਨ ਦੀਨ ਕਾਜੀ ਸੁਣ ਧਿਆਨ ਨਾਲ ਕੰਨ ਖੋਲ ਕੇ। ਬੁਜਰਕ ਸੋਬਤ ਅਬਲ ਜਾਨਾ। ਜਿਹੜੇ ਸੰਤ ਜਨ ਨੇ ਨਾ, ਬੁਜਰਕ ਦਾ ਇੱਥੇ ਮਤਲਬ ਹੈ ਸੰਤ। ਜਿਹੜੇ ਸੰਤ ਨੇ ਉਹਨਾਂ ਦੀ ਸੰਗਤ ਦੀ ਪਹਿਲੀ ਗੱਲ ਇਹ ਕਰਕੇ ਜਾਣ ਲੈ। ਦੋਹਰਾ ਪਰ ਗੁਣ ਸੁਨਤ ਪ੍ਰਸੰਨ ਵੈ ਪੁਨ ਸੇਵੇ ਗੁਣਵਾਨ। ਕਹਿੰਦੇ ਸੰਤ ਜਨਾਂ ਦਾ ਸਭ ਤੋਂ ਪਹਿਲਾ ਲੱਛਣ ਇਹ ਜਾਣ ਲੈ, ਉਹਨਾਂ ਦੀ ਸੰਗਤ ਵਿੱਚ ਇਹ ਲੱਛਣ ਹੁੰਦਾ ਹੈ ਕਿ ਜਦੋਂ ਕਿਸੇ ਦਾ ਗੁਣ ਸੁਣਦੇ ਨੇ ਤੇ ਗੁਣ ਸੁਣ ਕੇ ਪ੍ਰਸੰਨ ਹੁੰਦੇ ਹੈ। ਪਰਾਏ ਗੁਣ ਨੂੰ ਸੁਣ ਕੇ ਪ੍ਰਸੰਨ ਹੁੰਦੇ। ਆਮ ਕਰਕੇ ਕਿਸੇ ਦੂਜੇ ਦਾ ਗੁਣ ਸੁਣ ਕੇ ਲੋਕ ਦੁਖੀ ਹੁੰਦੇ, ਈਰਖਾ ਦੇ ਅੱਗ ਦੇ ਵਿੱਚ ਸੜਦੇ। ਪਰ ਸੰਤ ਜਨ ਪਰਾਏ ਦਾ ਗੁਣ ਸੁਣ ਕੇ, ਕਿਸੇ ਦੂਸਰੇ ਦਾ ਗੁਣ ਸੁਣ ਕੇ ਪ੍ਰਸੰਨ ਹੁੰਦੇ ਨੇ। ਪੁਨ ਸੇਵ ਹੈ ਗੁਣਵਾਨ। ਫਿਰ ਉਹ ਗੁਣਵਾਨਾਂ ਦੀ ਸੰਗਤ ਕਰਦੇ ਆ, ਗੁਣਵਾਨਾਂ ਨੂੰ ਸੇਵਦੇ ਆ। ਜਿਹੜਾ ਕੋਈ ਗੁਣਵਾਨ ਨਜ਼ਰ ਆ ਜਾਏ ਉਸ ਗੁਣਵਾਨ ਨਾਲ ਸਾਂਝ ਪਾ ਕੇ ਗੁਣਾਂ ਦੀ ਸਾਂਝ ਪਾਉਂਦੇ ਨੇ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਉਹ ਗੁਣਾਂ ਦੀ ਸਾਂਝ ਪਾਉਂਦੇ ਨੇ। ਜਿੱਥੇ ਕੋਈ ਉਹਨਾਂ ਨੂੰ ਗੁਣ ਦਿਸੇ ਉਹਦੇ ਨਾਲ ਗੁਣਾਂ ਦੀ ਸਾਂਝ ਪਾਉਂਦੇ ਹਨ। ਆਤਮ ਗਿਆਨ ਵਿਚਾਰਨਾ ਨਿਤ ਪ੍ਰਤ ਸੋ ਬੁੱਧੀਵਾਨ। ਆਤਮਾ ਦੇ ਗਿਆਨ ਦੀ ਵਿਚਾਰ ਕਰਦੇ ਨੇ ਜਿਹੜੇ ਸੰਤ ਜਨ ਨੇ। ਆਤਮ ਗਿਆਨ ਵਿਚਾਰਨਾ, ਉਹ ਹਮੇਸ਼ਾ ਆਤਮ ਗਿਆਨ ਦੀ ਵਿਚਾਰ ਕਰਦੇ ਹਨ। ਨਿਤ ਪ੍ਰਤ ਸੋ ਬੁੱਧਵਾਨ। ਨਿਤਾ ਪ੍ਰਤੀ ਆਤਮ ਗਿਆਨ ਨੂੰ ਵਿਚਾਰਦਿਆਂ ਉਹ ਬੁੱਧੀਮਾਨ ਹੋ ਕੇ ਸੰਸਾਰ 'ਚ ਪ੍ਰਗਟ ਹੁੰਦੇ ਹਨ। ਚੋਪਈ ਮਨ ਦਿਆਲ ਨਿਤ ਸੁਮਤ ਵਿਚਾਰੇ। ਔਰ ਸੰਤਾਂ ਦਾ ਇਹ ਵੀ ਲੱਛਣ ਤੇ ਆਚਰਣ ਹੈ ਕਿ ਉਹਨਾਂ ਦਾ ਮਨ ਹਮੇਸ਼ਾ ਦਿਆਲ ਰਹਿੰਦਾ ਹੈ। ਉਹਨਾਂ ਦੇ ਮਨ 'ਚ ਹਮੇਸ਼ਾ ਦਇਆ ਰਹਿੰਦੀ ਹੈ ਔਰ ਨਿਤ ਸੁਮਤ ਨੂੰ ਆਪਣੇ ਹਿਰਦੇ 'ਚ ਵਿਚਾਰਦੇ ਹਨ। ਪਰਤੀਏ ਦੇਖਨ ਚਖ ਹਟਕਾਰੇ। ਪਰ ਇਸਤਰੀ ਦਾ ਰੂਪ ਵੇਖਣ ਤੋਂ ਪਹਿਲਾਂ ਹੀ ਆਪਣੇ ਨੇਤਰਾਂ ਨੂੰ ਵਰਜ ਲੈਂਦੇ ਹਨ। ਮੰਦ ਭਾਵਨਾ ਵਾਸ਼ਨਾ ਦੀ ਬਿਰਤੀ ਉਹਨਾਂ ਦੇ ਹਿਰਦੇ 'ਚ ਪ੍ਰਗਟ ਨਹੀਂ ਹੁੰਦੀ। ਨਰ ਕੁਕਰਮ ਭਵ ਮੈਂ ਜੋ ਰਚੇ। ਜਿਹੜੇ ਸੰਸਾਰੀ ਬੰਦੇ ਕੁਕਰਮਾਂ ਵਿੱਚ ਰਚੇ ਹੋਏ ਨੇ, ਭੈੜੇ ਤੇ ਖੋਟੇ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਰਹੇ ਨੇ, ਤਿਨ ਕੋ ਸੰਗ ਕਰਨ ਤੇ ਬਚੇ। ਜਿਹੜੇ ਸੰਤ ਜਨ ਨੇ ਉਹਨਾਂ ਕੁਕਰਮੀਆਂ ਦਾ ਸੰਗ ਨਹੀਂ ਕਰਦੇ, ਉਹਨਾਂ ਦੀ ਸੰਗਤ ਤੋਂ ਆਪਣੇ ਆਪ ਨੂੰ ਬਚਾਉਂਦੇ ਨੇ। ਕੁਕਰਮੀਆਂ ਤੇ ਸਾਖਤਾਂ ਦੀ ਸੰਗਤ ਤੋਂ ਆਪਣੇ ਆਪ ਨੂੰ ਬਚਾਉਂਦੇ ਹਨ। ਨਿਜ ਬਲ ਪਰ ਕੋ ਕਬ ਨ ਜਨਾਈ। ਔਰ ਉਹ ਕਦੇ ਆਪਣਾ ਜ਼ੋਰ ਨਹੀਂ ਕਿਸੇ ਤੇ ਜਣਾਉਂਦੇ, ਆਪਣਾ ਬਲ ਆਪਣਾ ਜ਼ੋਰ ਕਿਸੇ ਤੇ ਨਹੀਂ ਜਣਾਉਂਦੇ। ਸ਼ਤਰੂ ਮੀਤ ਵਿਖੈ ਸਮਤਾਈ। ਆਪਣੇ ਦੁਸ਼ਮਣ ਤੇ ਆਪਣੇ ਮਿੱਤਰ ਵਿੱਚ ਇੱਕ ਸਮਾਨ ਬਿਰਤੀ ਕਰਕੇ ਦੋਨਾਂ ਨੂੰ ਵੇਖਦੇ ਆ। ਦੁਸ਼ਮਣ ਨੂੰ ਔਰ ਮਿੱਤਰ ਨੂੰ, ਦੋਨਾਂ ਨੂੰ ਇੱਕ ਸਮਾਨ ਕਰਕੇ ਜਾਣਦੇ ਨੇ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸੰਤਾਂ ਤੇ ਸਾਧੂਆਂ ਦੇ ਲੱਛਣ ਦੱਸੇ ਨੇ ਸਹਿਸ ਕਰਤੀ ਦੀ ਬਾਣੀ ਵਿੱਚ। ਸਹਿਸ ਕਿਰਤੀ ਵਿੱਚ ਗੁਰਦੇਵ ਫਰਮਾਉਂਦੇ ਨੇ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ। ਦਿਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਤ ਹੈ। ਉਪਦੇਸੰ ਸਮ ਮਿੱਤਰ ਸੱਤਰ ਹੈ। ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸਰਵਣੰ। ਆਪ ਤਿਆਗ ਸਗਲ ਰੇਣੁਕ ਹੈ। ਖਟ ਲਖਿਆਣ ਪੂਰਨੰ ਪੁਰਖ ਹੈ।
ਨਾਨਕ ਨਾਮ ਸਾਧ ਸਵੱਜਨਹਿ। ਇਹ 6 ਲੱਛਣ ਸਾਧੂਆਂ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਦੱਸੇ ਨੇ। ਉਹ ਆਪਣਿਆਂ ਮਿੱਤਰਾਂ ਤੇ ਦੁਸ਼ਮਣਾਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ ਹਨ। ਉਪਦੇਸੰ ਸਮ ਮਿੱਤਰ ਸਤਰਹਿ। ਭਗਵੰਤ ਭਗਤ ਭਾਵਨੀ ਪ੍ਰੇਮਾ ਭਗਤੀ ਦਾ, ਪਰਮੇਸ਼ਰ ਦੀ ਭਗਤੀ ਦਾ ਉਪਦੇਸ਼ ਆਪਣੇ ਦੁਸ਼ਮਣਾਂ ਔਰ ਆਪਣੇ ਮਿੱਤਰਾਂ ਨੂੰ ਇੱਕੋ ਜਿਹਾ ਬਖਸ਼ਦੇ ਹਨ। ਉਹਨਾਂ ਦੀ ਸਮਾਨ ਦ੍ਰਿਸ਼ਟੀ ਹੁੰਦੀ ਹੈ। ਸ਼ੋਕ ਹਰਖ ਪੁਨ ਮਾਨ ਅਮਾਨੋ। ਹਰਖ ਹੋਵੇ, ਸੋਗ ਹੋਵੇ, ਮਾਨ ਹੋਵੇ, ਚਾਹੇ ਅਪਮਾਨ ਹੋਵੇ। ਦੁੱਖ ਸੁਖ ਇਨ ਮੈਂ ਰਹਿਤ ਸਮਾਨੋ। ਚਾਹੇ ਦੁੱਖ ਹੋਵੇ ਤੇ ਚਾਹੇ ਸੁੱਖ ਹੋਵੇ, ਇਹਨਾਂ ਸਾਰਿਆਂ ਵਿੱਚ ਸੰਤ ਇੱਕ ਸਮਾਨ ਬਿਰਤੀ ਰੱਖਦੇ ਨੇ। ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ। ਦੁੱਖ ਸੁੱਖ ਵਿੱਚ, ਮਾਨ ਅਪਮਾਨ ਵਿੱਚ ਉਹ ਇੱਕ ਸਮਾਨ ਬਿਰਤੀ ਰੱਖਦੇ ਹਨ। ਸਿਫਤ ਪਰਮੇਸ਼ਰ ਨਿਸ ਦਿਨ ਗਾਵੇ। ਔਰ ਰਾਤ ਦਿਨ ਅੱਠੇ ਪਹਿਰ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਗਾਵਦੇ ਹਨ। ਨਿਰੰਕਾਰ ਦੀਆਂ ਵਡਿਆਈਆਂ ਆਪਣੀ ਰਸਨਾ ਤੋਂ ਹਰ ਵੇਲੇ ਕਰਦੇ ਹਨ ਸੰਤ ਜਨ। ਨਾਮ ਸੰਗ ਨਿਜ ਬੈਸ ਬਿਤਾਵੇ। ਔਰ ਪਰਮੇਸ਼ਰ ਦਾ ਨਾਮ ਜਪਦਿਆਂ, ਅਕਾਲ ਪੁਰਖ ਦਾ ਭਜਨ ਕਰਦਿਆਂ ਹੋਇਆਂ ਉਹ ਆਪਣੀ ਸਾਰੀ ਜ਼ਿੰਦਗੀ, ਆਪਣਾ ਸਾਰਾ ਜੀਵਨ ਬਤੀਤ ਕਰਦੇ ਹਨ। ਅਸ ਕੈ ਸ਼੍ਰੀ ਗੁਰ ਕਿਰਪਾ ਨਿਦਾਨਾ। ਇਸ ਤਰ੍ਹਾਂ ਕਹਿ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਹਾਜ਼ਰ ਨਾਮਾ ਕੀਨ ਬਖਾਨਾ। ਪਾਤਸ਼ਾਹ ਨੇ ਹਾਜ਼ਰਨਾਮਾ ਉਚਾਰਨ ਕੀਤਾ ਹੈ। ਖਾਲਸਾ ਜੀ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ, ਕੁਝ ਨਾਮੇ ਮਿਲਦੇ ਹਨ। ਨਸੀਹਤਨਾਮਾ ਜਿਵੇਂ ਪਿੱਛੇ ਆਇਆ ਸੀ, ਬਾਦਸ਼ਾਹ ਕਾਰੂ ਨੂੰ ਉਪਦੇਸ਼ ਦਿੱਤਾ ਸੀ, ਇਸੇ ਤਰ੍ਹਾਂ ਇਹਦਾ ਨਾਮ ਹੈ ਹਾਜ਼ਰਨਾਮਾ। ਫਿਰ ਇੱਕ ਹੈ ਕਰਣੀਨਾਮਾ। ਇਸੇ ਤਰ੍ਹਾਂ ਕਲਗੀਧਰ ਸੁਆਮੀ ਜੀ ਦੇ ਸਮੇਂ ਪਾਤਸ਼ਾਹ ਵੱਲੋਂ ਮਹਾਰਾਜ ਜੀ ਦੇ ਸਿੱਖਾਂ ਨੂੰ ਗੁਰਦੇਵ ਨੇ ਉਪਦੇਸ਼ ਦਿੰਦਿਆਂ ਉਚਾਰਨ ਕੀਤਾ ਮੁਕਤੀਨਾਮਾ। ਤੋ ਇਹ ਪੁਰਾਤਨ ਸਮਿਆਂ ਦੇ ਵਿੱਚ ਗੁਰਸਿੱਖ ਇਹ ਪੜ੍ਹਿਆ ਕਰਦੇ ਤੇ ਵਿਚਾਰਿਆ ਕਰਦੇ ਸਨ। ਕਾਜੀ ਰੁਕਨਦੀਨ ਨੂੰ ਮਹਾਰਾਜ ਜੀ ਉਪਦੇਸ਼ ਦਿੰਦਿਆਂ ਇਹ ਹਾਜ਼ਰਨਾਮਾ ਉਚਾਰਨ ਕਰ ਰਹੇ ਨੇ। ਸਰਵਣ ਕਰੀਏ ਜੀ। ਤਿਲੰਗ ਮਹੱਲਾ ਪਹਿਲਾ। ਹਾਜ਼ਰਾਂ ਕੋ ਮੇਰ ਹੈ, ਬੇਹਾਜ਼ਰਾਂ ਕੋ ਬੇਮੇਰ ਹੈ। ਤਿਲੰਗ ਰਾਗ ਵਿੱਚ ਹਾਜ਼ਰਨਾਮਾ ਸਤਿਗੁਰਾਂ ਉਚਾਰਿਆ। ਜਨਮ ਸਾਖੀਆਂ ਵਿੱਚ ਇਹ ਦਰਜ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਮਹਾਰਾਜ ਜੀ ਕਹਿੰਦੇ ਜਿਹੜੇ ਹਾਜ਼ਰ ਨੇ ਸੁਰਤ ਕਰਕੇ, ਉਹਨਾਂ ਹਾਜ਼ਰਾਂ ਦੇ ਉੱਤੇ ਪਰਮੇਸ਼ਰ ਦੀ ਮਿਹਰ ਵਰਤਦੀ। ਜਿਹੜੇ ਹਾਜ਼ਰ ਹੋਣ, ਜਿਹਨੇ ਭਾਂਡਾ ਹੀ ਮੂਧਾ ਮਾਰਿਆ ਟੂਟੀ ਥੱਲੇ ਰੱਖ ਦਿਓ, ਸਾਰੀ ਰਾਤ ਪਿਆਰੇ ਭਰਦਾ ਹੀ ਨਹੀਂ। ਜੇ ਸਿੱਧਾ ਕਰੋਗੇ ਤੇ ਵਿੱਚ ਭਰੇਗਾ ਨਾ। ਜੇ ਮੂਧਾ ਹੀ ਮਾਰਿਆ ਤੇ ਜਿੰਨਾ ਮਰਜੀ ਮੀਂਹ ਪਈ ਜਾਵੇ ਉਹਨੇ ਨਹੀਂ ਭਰਨਾ। ਜੇ ਸੁਰਤ ਹੀ ਹਾਜ਼ਰ ਨਾ ਹੋਵੇਗੀ ਤੇ ਜਿੰਨਾ ਮਰਜੀ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ, ਰੱਬੀ ਰੰਗਾਂ ਦੀਆਂ ਬਾਤਾਂ ਹੋ ਰਹੀਆਂ ਨੇ, ਜੇ ਸੁਰਤ ਹਾਜ਼ਰ ਨਹੀਂ ਤੇ ਫਿਰ ਮਿਹਰ ਕਿਵੇਂ ਹੋਣੀ ਆ ਭਾਈ। ਸਾਡੇ ਸਰੀਰ ਹਾਜ਼ਰ ਹੋ ਜਾਂਦੇ ਆ, ਸੁਰਤੀਆਂ ਕਈ ਵਾਰੀ ਹਾਜ਼ਰ ਨਹੀਂ ਹੁੰਦੀਆਂ। ਕਈ ਵਾਰੀ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਹੋ ਜਾਂਦੇ। ਕਲਗੀਧਰ ਦੇ ਸਮੇਂ ਇੱਕ ਸਾਖੀ ਆਉਂਦੀ ਹੈ। ਮਹਾਰਾਜ ਜੀ ਆਖਿਆ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਰਾਤ ਦਾ ਸਮਾਂ ਸੀ, ਲਾਗੇ ਮੇਲਾ ਸੀ। ਪਹਿਰੇਦਾਰ ਸਿੰਘ ਖੜੇ, ਅੱਧੇ ਕਹਿਣ ਆਪਾਂ ਮੇਲਾ ਵੇਖ ਆਈ, ਅੱਧੇ ਕਹਿਣ ਨਹੀਂ ਪਹਿਰੇ ਤੇ ਰਹਿਣਾ। ਉਹ ਕਹਿੰਦੇ ਆਪਾਂ ਸਵੇਰੇ ਅੰਮ੍ਰਿਤ ਵੇਲੇ ਤੋਂ ਪਹਿਲਾਂ ਪਰਤ ਆਵਾਂਗੇ। ਅੱਧੇ ਨਹੀਂ ਗਏ ਡਰ ਕਰਕੇ ਵੀ ਗੁਰੂ ਸਾਹਿਬ ਨੂੰ ਪਤਾ ਲੱਗੇਗਾ, ਅੱਧੇ ਚਲੇ ਗਏ। ਜਿਹੜੇ ਗਏ ਉਹਨਾਂ ਨੂੰ ਹੁਣ ਇਹ ਡਰ ਪਿਆ ਰਿਹਾ, ਧਿਆਨ ਪਿੱਛੇ ਮੇਲਾ ਤਾਂ ਵੇਖੀ ਜਾਣ ਕਿ ਗੁਰੂ ਸਾਹਿਬ ਨੂੰ ਪਤਾ ਨਾ ਲੱਗ ਜੇ, ਕਿਤੇ ਉੱਠ ਕੇ ਬਾਹਰ ਨਾ ਆ ਕੇ ਗੇੜਾ ਮਾਰਨ। ਜਿਹੜੇ ਉੱਥੇ ਖੜੇ ਸੀ ਉਹ ਪਹਿਰੇ ਤੇ, ਉਹ ਸੋਚਣ ਵੀ ਅਸੀਂ ਵੀ ਟੁਰ ਜਾਂਦੇ ਤੇ ਚੰਗਾ ਹੀ ਸੀ, ਖਬਰੇ ਮੇਲਾ ਕਿਹੋ ਜਿਹਾ ਸੀ ਉੱਥੇ। ਉਹਨਾਂ ਦਾ ਧਿਆਨ ਉੱਥੇ। ਸਵੇਰ ਹੋਈ, ਦਿਨ ਚੜਿਆ, ਦੋਨਾਂ ਦੀ ਪੇਸ਼ੀ ਪੈ ਗਈ। ਜਿਹੜੇ ਮੇਲਾ ਵੇਖਣ ਗਏ ਉਹ ਵੀ, ਜਿਹੜੇ ਨਹੀਂ ਗਏ।
ਜਿਹੜੇ ਨਹੀਂ ਗਏ ਉਹ ਬੜੇ ਖੁਸ਼। ਮਹਾਰਾਜ ਜੀ ਨੇ ਤਨਖਾਹ ਉਹਨਾਂ ਨੂੰ ਲਾਈ। ਕਹਿੰਦੇ ਮਹਾਰਾਜ ਸਾਨੂੰ ਤਨਖਾਹ? ਪਾਤਸ਼ਾਹ ਕਹਿੰਦੇ ਤੁਸੀਂ ਸਰੀਰ ਕਰਕੇ ਸੀਗੇ, ਸੁਰਤੀਆਂ ਉੱਥੇ ਹੀ ਫਿਰਦੀਆਂ ਸੀ, ਤੁਹਾਡਾ ਧਿਆਨ ਉੱਥੇ ਸੀ। ਉਹਨਾਂ ਦੇ ਸਰੀਰ ਉੱਥੇ ਸੀ, ਸੁਰਤ ਇੱਥੇ ਸੀ। ਇਸ ਕਰਕੇ ਗੈਰ ਹਾਜ਼ਰ ਹਾਜ਼ਰ ਹੋ ਗਏ, ਔਰ ਜਿਹੜੇ ਹਾਜ਼ਰ ਸੀ ਉਹ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਹਾਜ਼ਰਨਾਮਾ ਉਚਾਰਦੇ ਨੇ। ਪਹਿਲੀਆਂ ਪੰਕਤੀਆਂ 'ਚ ਹੀ ਕਹਿੰਦੇ ਜਿਹੜੇ ਹਾਜ਼ਰ ਹੁੰਦੇ ਆ, ਹਾਜ਼ਰ ਸੁਰਤੀ ਕਰਕੇ ਵੀ ਤੇ ਸਰੀਰ ਕਰਕੇ ਵੀ ਹਾਜ਼ਰੀ ਦਾ ਫਲ ਹੈ। ਤਨ ਕਰਕੇ ਵੀ ਹਾਜ਼ਰ ਤੇ ਸੁਰਤ ਕਰਕੇ ਵੀ ਹਾਜ਼ਰ। ਜਿਹੜਾ ਹਾਜ਼ਰ ਹੁੰਦਾ ਹੈ ਉਹਨਾਂ ਹਾਜ਼ਰਾਂ ਤੇ ਪਰਮੇਸ਼ਰ ਦੀ ਮਿਹਰ ਵਰਤਦੀ, ਅਕਾਲ ਪੁਰਖ ਦੀ ਦਇਆ ਦ੍ਰਿਸ਼ਟੀ ਵਰਤਦੀ। ਖਾਲਸਾ ਜੀ, ਹਾਜ਼ਰ ਦਾ ਮਤਲਬ ਜਿਹੜੇ ਜਾਗਦੇ ਰਹਿਣ। ਇੱਕ ਮਹਾਂਪੁਰਸ਼ ਹੋਏ ਮਹਾਤਮਾ ਬਾਬਾ ਸਾਵਣ ਸਿੰਘ ਜੀ, ਉਹਨਾਂ ਦਾ ਨਾਮ ਸੀ। ਅੰਬਾਲੇ ਦੇ ਨੇੜੇ ਰਵਾਲੋਂ ਪਿੰਡ। ਉਹ ਜਿੱਥੇ ਰਹਿੰਦੇ ਉਹਨਾਂ ਨੇ ਉਸ ਸਥਾਨ ਦਾ ਨਾਮ ਹੁਕਮਸਰ ਰੱਖਿਆ। ਉਹ ਕਿਹਾ ਕਰਦੇ ਸਨ, ਉਹ ਕਹਿੰਦੇ ਜਿਹੜੇ ਜਾਗਦੇ ਨੇ, ਜਾਗਦਿਆਂ ਨੂੰ ਹੁਕਮ ਹੁੰਦੇ ਆ, ਹੁਕਮ। ਜਿਹੜੇ ਜਾਗਦੇ ਨੇ ਉਹਨਾਂ ਨੂੰ ਹੁਕਮ ਆਉਂਦੇ ਆ ਪਰਮੇਸ਼ਰ ਦੇ। ਜਿਹੜੇ ਸਮਦੇ ਨੇ ਸੁਰਤ ਕਰਕੇ ਵੀ ਸਰੀਰ ਕਰਕੇ ਵੀ, ਉਹ ਪਰਮੇਸ਼ਰ ਦੇ ਹੁਕਮ ਤੋਂ ਵਾਂਝੇ ਰਹਿ ਜਾਂਦੇ ਆ। ਜਿਹੜੇ ਜਾਗਦੇ ਆ ਉਹਨਾਂ ਨੂੰ ਹੁਕਮ ਪ੍ਰਾਪਤ ਹੁੰਦੇ ਹਨ। ਯਾਨੀ ਕਿ ਜਿਹੜੇ ਹਾਜ਼ਰ ਰਹਿੰਦੇ ਆ ਉਹ ਗੁਰੂ ਕੇ ਹੁਕਮ ਨੂੰ ਬੁੱਝਦੇ ਨੇ। ਜਿਹੜੇ ਹਾਜ਼ਰ ਹੀ ਨਾ ਹੋਣ ਉਹਨਾਂ ਨੂੰ ਕੀ ਪਤਾ ਵੀ ਕਥਾ 'ਚ ਕੀ ਕਿਹਾ ਗਿਆ, ਕੀਰਤਨ ਵਿੱਚ ਕੀ ਕਿਹਾ ਗਿਆ। ਜਿਵੇਂ ਆਏ ਤਿਵੇਂ ਬੈਠ ਕੇ ਚਲੇ ਗਏ। ਇਸ ਕਰਕੇ ਗੁਰੂ ਖਾਲਸਾ ਜੀ, ਸੁਰਤ ਵੀ ਹਾਜ਼ਰ ਰਹਿਣੀ ਚਾਹੀਦੀ ਹੈ। ਸੁਰਤੀ ਦਾ ਕੰਮ ਹੈ, ਇਹਨੇ ਭੱਜਣਾ, ਇਹਦਾ ਸੁਭਾਅ ਹੈ। ਇਹ ਪਵਨ ਤੇ ਅਗਨੀ ਤੱਤ ਤੋਂ ਬਣਿਆ ਨਾ ਮਨ, ਹਵਾ ਤੇ ਅੱਗ ਤੋਂ ਬਣਿਆ ਮਨ, ਇਹਨੇ ਕਿੱਥੇ ਟਿਕਣਾ? ਜਿਹੜਾ ਬਣਿਆ ਹੀ ਹਵਾ ਤੋਂ। ਹਵਾ ਕਦੇ ਟਿਕਦੀ ਹੈ? ਅੱਗ ਕਦੇ ਟਿਕਦੀ ਵੇਖੀ ਹੈ? ਇਹਦਾ ਸੁਭਾਅ ਆ ਭੱਜਣਾ। ਇਹਨੂੰ ਭੱਜਦੇ ਹੋਏ ਨੂੰ ਮੋੜ ਮੋੜ ਕੇ ਲਿਆਉਣਾ। ਇਹਦੇ ਭੱਜਣਾ ਨੂੰ ਫਿਰ ਮੋੜ ਕੇ ਕਥਾ ਵਿੱਚ ਲਿਆਉਣਾ, ਫਿਰ ਮੋੜ ਕੇ ਕੀਰਤਨ ਵਿੱਚ ਲੈ ਕੇ ਆਉਣਾ। ਇਹਦਾ ਸੁਭਾਅ ਹੈ, ਇਹਦੇ ਪਿੱਛੇ ਨਹੀਂ ਬਹਿਣਾ। ਜਾਵੇ ਫਿਰ ਪਿੱਛੇ ਜਾ ਕੇ ਨਾਲ ਹੀ ਇਹਨੂੰ ਮੋੜ ਕੇ ਲਿਆਉਣਾ। ਚਾਲੋ ਮਨਾ ਇਸ ਪਾਸੇ ਆ। ਜਾਂ ਤਾਂ ਮਨ ਜਿੱਤ ਜੇਗਾ, ਜੇ ਜਿੱਤ ਗਿਆ ਮਨ, ਫਿਰ ਤਾਂ ਮਨ ਦੇ ਵਹਿਣ ਪਿੱਛੇ ਬਹਿ ਕੇ ਜਨਮ ਮਰਨ ਦੇ ਚੱਕਰਾਂ 'ਚ ਭਟਕਾਂਗੇ। ਤੇ ਜੇ ਇਹਨੂੰ ਮੋੜਦਿਆਂ ਅਸੀਂ ਜਿੱਤ ਗਏ ਗੁਰੂ ਦੀ ਕਿਰਪਾ ਨਾਲ, ਤੇ ਫਿਰ ਜਨਮ ਮਰਨ ਤੋਂ ਮੁਕਤ ਹੋ ਜਾਵਾਂਗੇ। ਹੁਣ ਇਹ ਸਾਡੇ ਪਰਮੇਸ਼ਰ ਨੇ ਸਾਡੇ ਤੇ ਦਇਆ ਕਰਕੇ ਸਾਨੂੰ ਸਮਝ ਦੇਣੀ ਹੈ ਕਿ ਅਸੀਂ ਇਸ ਮਨ ਤੋਂ ਜਿੱਤਣਾ ਜਾਂ ਹਾਰਨਾ। ਜਿਹੜੇ ਜਿੱਤ ਜਾਂਦੇ ਆ ਉਹਨਾਂ ਨੂੰ ਮਹਾਰਾਜ ਜੀ ਨੇ ਕਿਹਾ, ਸੂਰੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ ਆਤਮ ਜੜਾ ਸਗਲ ਵਸ ਦਾਕੈ, ਜਾ ਕਾ ਸਤਿਗੁਰ। ਆਤਮ ਦਾ ਮਤਲਬ ਹੈ ਮਨ। ਜਿਹੜਾ ਮਨ ਜਿੱਤ ਲੈਂਦਾ ਉਹ ਪੂਰਾ ਹੈ, ਉਹ ਸੂਰਮਾ ਹੈ। ਜਿਹੜਾ ਹਾਜ਼ਰ ਹੋ ਜੇ ਉਹਦੇ ਤੇ ਮਿਹਰ ਹੈ। ਬੇਹਾਜ਼ਰਾਂ ਕੋ ਬੇਮਿਹਰ ਹੈ। ਤੇ ਜਿਹੜਾ ਬੇਹਾਜ਼ਰ ਹਾਜ਼ਰ ਨਾ ਹੋਵੇ, ਗੁਰੂ ਖਾਲਸਾ ਜੀ, ਉਹਦੇ ਤੇ ਮਿਹਰ ਨਹੀਂ ਹੁੰਦੀ। ਉਹਦੇ ਤੇ ਪ੍ਰਮਾਤਮਾ ਦੀ ਨਜ਼ਰ ਦਇਆ ਦ੍ਰਿਸ਼ਟੀ ਨਹੀਂ ਹੁੰਦੀ। ਸੰਗਤ ਵਿੱਚ ਤਾਂ ਕੋਈ ਸਰੀਰ ਕਰਕੇ ਵੀ ਹਾਜ਼ਰ ਹੋ ਜਾਏ ਨਾ, ਉਹਦੇ ਤੇ ਵੀ ਗੁਰੂ ਦੀ ਕਲਾ ਵਰਤ ਜਾਂਦੀ। ਸ਼ਾਹੂਕਾਰ ਸੀ ਇੱਕ, ਉਹਦੀ ਘਰ ਵਾਲੀ ਧਾਰਮਿਕ ਖਿਆਲਾਂ ਵਾਲੀ ਸੀ ਤੇ ਸੇਠ ਨਹੀਂ ਸੀ ਕਦੇ ਧਾਰਮਿਕ ਖਿਆਲਾਂ ਵਿੱਚ ਪ੍ਰਵਿਰਤ ਹੋਇਆ। ਉਹਨੇ ਕਈ ਵਾਰੀ ਕਹਿਣਾ, ਪੰਡਤ ਜੀ ਕਥਾ ਕਰਦੇ ਹੁੰਦੇ ਆ ਤੇ ਤੁਸੀਂ ਜਾ ਕੇ ਕਥਾ ਸੁਣ ਕੇ ਆਇਆ ਕਰੋ। ਉਹਨੇ ਕਹਿਣਾ, ਭਗਵਾਨ ਨੇ ਮੇਰੇ ਕੋਲੋਂ ਨਹੀਂ ਟਾਈਮ। ਇੱਕ ਦਿਨ ਕਹਿਣ ਕੇ ਬਾਰ-ਬਾਰ ਜਦੋਂ ਘਰ ਵਾਲੀ ਨੇ ਕਿਹਾ ਤੇ ਉਹ ਚਲਾ ਗਿਆ। ਜਾ ਕੇ ਪੰਡਤ ਜੀ ਦੇ ਕੋਲ ਜਦੋਂ ਪਹੁੰਚਿਆ ਤੇ ਸਾਰਿਆਂ ਨੇ ਵੇਖਿਆ ਵੀ ਅੱਜ ਤਾਂ ਸੇਠ ਜੀ ਵੀ ਆਏ ਆ ਕਥਾ ਸੁਣਨ। ਉਹਦਾ ਬੜਾ ਸਨਮਾਨ ਕੀਤਾ। ਆਓ ਜੀ, ਬੈਠੋ ਜੀ, ਜਾਓ ਜੀ। ਉਹਨੇ ਜਦੋਂ ਪਹਿਲੀਆਂ ਦੋ ਗੱਲਾਂ ਸੁਣੀਆਂ, ਆਓ ਜੀ, ਬੈਠੋ ਜੀ, ਬਹਿ ਗਿਆ। ਬਹਿੰਦੇ ਦੀ ਸੋਤੇ ਦੀ ਅੱਖ ਲੱਗ ਗਈ, ਬੈਠੇ ਬੈਠੇ ਦੀ। ਕਥਾ ਹੋ ਨਿਬੜੀ। ਜਦੋਂ ਕਥਾ ਹੋ ਨਿਬੜੀ, ਇਹਦੀ ਅੱਖ ਖੁੱਲੀ। ਕਥਾ 'ਚ ਕੀ ਕਿਹਾ ਉਹ ਨਹੀਂ ਪਤਾ, ਇਹਨੂੰ ਪਹਿਲੇ ਦੋ ਸ਼ਬਦ ਯਾਦ, ਆਓ ਜੀ, ਬੈਠੋ ਜੀ। ਕਥਾ ਦੀ ਸਮਾਪਤੀ ਹੋ ਗਈ। ਉਹਨਾਂ ਨੇ ਹਿਲਾ ਕੇ ਆਖਿਆ, ਸੇਠ ਜੀ ਹੁਣ ਜਾਓ ਜੀ। ਇਹ ਤਿੰਨ ਬੋਲ ਇਹਨੇ ਸੁਣੇ ਤੇ ਚੱਲ ਕੇ ਘਰ ਪਹੁੰਚ ਗਿਆ।
ਘਰ ਵਾਲੀ ਨਾਲ ਜਾ ਕੇ ਗੱਲਬਾਤ ਕੀਤੀ। ਕਹਿੰਦਾ ਵੀ ਉਹ ਕਹਿੰਦੀ ਕੀ ਕਥਾ ਸੁਣੀ? ਕਹਿੰਦਾ ਜੀ ਉਹਨਾਂ ਨੇ ਕਿਹਾ ਆਓ ਜੀ, ਬੈਠੋ ਜੀ, ਜਾਓ ਜੀ। ਉਹ ਕਹਿਣ ਲੱਗੀ ਵੀ ਇਦਾਂ ਕਰੋ ਪਤੀ ਪਰਮੇਸ਼ਰ ਜੀ, ਇਹ ਸੰਗਤ ਵਿੱਚੋਂ ਤੁਹਾਨੂੰ ਮਿਲਿਆ ਗੁਰ, ਤੁਸੀਂ ਇਹਨੂੰ ਜਪਣ ਲੱਗ ਪਓ। ਸੇਠ ਦੇ ਉਹਨੂੰ ਜਪਣਾ ਸ਼ੁਰੂ ਕਰਤਾ, ਆਓ ਜੀ, ਬੈਠੋ ਜੀ, ਜਾਓ ਜੀ। ਜਿਉਂ ਜਪਣਾ ਸ਼ੁਰੂ ਕੀਤਾ, ਰਾਤ ਦਾ ਵੇਲਾ ਹੋ ਗਿਆ। ਅੱਧੀ ਕੁ ਰਾਤ ਤੇ ਸੇਠ ਜੀ ਸੁਪਨੇ ਵਿੱਚ ਵੀ ਕਹੀ ਜਾਣ, ਆਓ ਜੀ, ਬੈਠੋ ਜੀ, ਜਾਓ ਜੀ। ਇੰਨੇ ਨੂੰ ਕਿਤੇ ਇੱਕ ਚੋਰ ਆ ਗਿਆ। ਚੋਰ ਅੱਧੀ ਰਾਤ ਨੂੰ ਜਦੋਂ ਉਹਨੇ ਕੰਧ ਟੱਪੀ ਤੇ ਅੱਗੋਂ ਸੇਠ ਜੀ ਬੋਲੇ, ਆਓ ਜੀ। ਚੋਰ ਨੂੰ ਇੱਕਦਮ ਪਿੱਸੂ ਪੈ ਗਏ ਵੀ ਇਹ ਤਾਂ ਵੇਖ ਲਿਆ ਇਹਨੇ ਮੈਨੂੰ। ਉਹ ਪਰਤਣ ਲੱਗਾ, ਵਾਪਸ ਮੁੜਨ ਲੱਗਾ, ਕਹਿੰਦਾ ਬੈਠੋ ਜੀ। ਉਹ ਕਹਿੰਦਾ ਵੀ ਲੱਗਦਾ ਇਹਨੇ ਪਛਾਣ ਵੀ ਲਿਆ ਮੈਨੂੰ, ਤਾਂ ਹੀ ਕਹਿੰਦਾ ਬੈਠਣ ਨੂੰ, ਵੀ ਇਹਨੇ ਸਿਆਣ ਲਿਆ ਮੈਨੂੰ, ਕਿਤੇ ਦਿਨੇ ਵੇਖਿਆ ਹੋਣਾ ਵੀ ਮੈਂ ਕੌਣ ਆ। ਜਾਣ ਲੱਗਾ ਤੇ ਜਾਂਦੇ ਫਿਰ ਕਹਿੰਦਾ ਜਾਓ ਜੀ। ਜਦੋਂ ਨੇ ਕਿਹਾ ਵੀ ਇਹ ਕਹਿੰਦਾ ਜਾਓ ਜੀ, ਚੋਰ ਨੇ ਆਖਿਆ ਵੀ ਇਹ ਮੈਨੂੰ ਕਹਿੰਦਾ ਜਾ, ਕੋਈ ਨਹੀਂ ਪਤਾ ਤੂੰ ਕਿੱਥੇ ਰਹਿਣਾ, ਕੱਲ ਨੂੰ ਫੜ ਲਾਂਗੇ ਜਿੱਥੇ ਜਾਏਗਾ। ਉਹ ਭੱਜਾ ਆਇਆ ਤੇ ਉਹਨੇ ਆ ਕੇ ਸੇਠ ਦੇ ਪੈਰ ਫੜ ਲਏ। ਸੇਠ ਨੇ ਅੱਖਾਂ ਖੋਲੀਆਂ, ਕਹਿੰਦਾ ਉਹ ਤੂੰ ਕੌਣ? ਕਹਿੰਦਾ ਜੀ ਮਹਾਰਾਜ ਤੁਸੀਂ ਤਾਂ ਹੀ ਆਖਿਆ ਸੀ ਆਓ ਜੀ, ਬੈਠੋ ਜੀ, ਜਾਓ ਜੀ। ਉਹਦਾ ਸਾਰਾ ਜਿਹੜਾ ਲੁੱਟਣ ਵਾਲਾ ਧਨ ਸੀ ਬਚ ਗਿਆ। ਸੇਠ ਨੇ ਆਖਿਆ ਸ਼ੁਕਰ ਆ ਪ੍ਰਮਾਤਮਾ ਦਾ ਵੀ ਚੋਰ ਕਾਬੂ ਆ ਗਿਆ। ਅਗਲੇ ਦਿਨ ਘਰ ਵਾਲੀ ਕਹਿੰਦੀ ਹੈ ਵੀ ਹਾਲੇ ਤਾਂ ਤੂੰ ਸੰਗਤ ਵਿੱਚ ਗਿਆ ਸੀ ਕਥਾ ਸੁਣਨ, ਉੱਥੇ ਕਥਾ ਨਹੀਂ ਜੇ ਸੁਣੀ, ਤੂੰ ਇਹ ਕੱਚ ਪਿੱਚ ਜਿਹਾ ਸੁਣ ਲਿਆ ਜੋ ਤੇਰੇ ਸਤਿਕਾਰ ਵਜੋਂ ਉਹਨਾਂ ਨੇ ਕਿਹਾ ਸੀ। ਉਹ ਜੋ ਕੱਚ ਸੁਣਿਆ ਸੀ ਤੂੰ, ਉਹਦੇ ਨਾਲ ਤੇਰਾ ਇਹ ਧਨ ਬਚ ਗਿਆ, ਤੇਰਾ ਧਨ ਲੁੱਟਣੋਂ ਬਚ ਗਿਆ, ਚੋਰ ਨੂੰ ਤੂੰ ਕਾਬੂ ਕਰ ਲਿਆ। ਤੇ ਜੇ ਕਿਤੇ ਤੂੰ ਕਥਾ ਵਿੱਚ ਸੱਚ ਸੁਣ ਲਈਦਾ ਤੇ ਸੱਚ ਸੁਣ ਕੇ ਹਿਰਦੇ 'ਚ ਵਸਾ ਲਈਦਾ ਤੇ ਤੇਰੇ ਸ਼ੁਭ ਗੁਣਾਂ ਦਾ ਧਨ ਲੁੱਟਣੋਂ ਬਚ ਜਾਏਗਾ, 5 ਚੋਰਾਂ ਨੂੰ ਤੂੰ ਕਾਬੂ ਕਰ ਸਕਦਾ ਸੀ। ਹਾਲੇ ਤਾਂ ਕੱਚ ਨਾਲ ਹੀ ਇੰਨੀ ਗੱਲ ਬਣ ਗਈ। ਤੋ ਸੰਗਤ ਵਿੱਚ ਤਾਂ ਗੁਣ ਹੀ ਗੁਣ ਹੈ, ਜਿੰਨਾ ਵੀ ਆ ਕੇ ਕੋਈ ਸੁਣੇ। ਤੇ ਭਾਈ ਸਰੀਰ ਕਰਕੇ ਹਾਜ਼ਰੀ ਵੀ ਭਰੀ ਜਾਵੇ, ਕਦੇ ਤੇ ਕੋਈ ਬਚਨ ਕੰਨਾਂ ਵਿੱਚ ਪੈਂਦਾ ਹੀ ਹੈ ਨਾ। ਮਹਾਰਾਜ ਜੀ ਦੇ ਬਚਨ, ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਉਹ ਕਹਿੰਦੇ ਮਹਾਰਾਜ ਇਹ ਕੀ ਬਚਨ ਹੋਇਆ ਵੀ ਜਾਗਦੇ ਲੈਂਦੇ ਹੀ ਨਹੀਂ, ਸੁੱਤਿਆਂ ਨੂੰ ਉਠਾਲ ਕੇ ਮਿਲ ਜਾਂਦਾ। ਇਹ ਕਿਵੇਂ ਖੇਡ ਸਮਝ ਨਹੀਂ ਆਈ। ਇਹਦੇ 2 ਅਰਥ ਕੀਤੇ ਮਹਾਂਪੁਰਸ਼ਾਂ ਨੇ। ਇੱਕ ਤਾਂ ਇਹ ਕੀਤਾ ਅਰਥ ਕਿ ਭਾਈ ਜੇ ਸੁੱਤਿਆਂ ਕਥਾ ਕੀਰਤਨ ਦੇ ਵਿੱਚ ਟਾਈਮ ਲੰਘ ਗਿਆ ਤੇ ਬਾਅਦ ਵਿੱਚ ਕੜਾਹ ਪ੍ਰਸ਼ਾਦ ਵੰਡਣ ਵਾਲੇ ਹੁੱਜ ਜੀ ਮਾਰਦੇ ਵੀ ਪ੍ਰਸ਼ਾਦ ਤਾਂ ਲੈ ਲੈ ਹੁਣ। ਉਹ ਕਹਿੰਦੇ ਜਗਾ ਕੇ ਦੇ ਦਿੰਦੇ ਆ, ਉਦੋਂ ਵੀ ਕੁਝ ਨਾ ਕੁਝ ਹਾਜ਼ਰੀ ਲੱਗ ਹੀ ਜਾਂਦੀ ਆ ਨਾ। ਇੱਕ ਨਾ ਸੁੱਤਿਆਂ ਦੇ ਉਠਾਲ, ਇਹਦਾ ਮਤਲਬ ਇਹ ਨਹੀਂ ਵੀ ਨੀਂਦ ਪੂਰੀ ਕਰਨ ਲੱਗ ਪੈਣਾ। ਕਹਿਣ ਦਾ ਮਤਲਬ ਹੈ ਕਿ ਸੰਗਤ ਵਿੱਚ ਜਿਤਨਾ ਵੀ ਸਮਾਂ ਲੰਘੇ ਹਾਜ਼ਰ ਹੋ ਕੇ ਉਹਦੇ ਨਾਲ ਗੁਰੂ ਸਾਹਿਬ ਦੀ ਮਿਹਰ ਵਰਤਦੀ ਹੈ। ਤੇ ਜਿਹੜਾ ਨਾ ਸਰੀਰ ਕਰਕੇ ਆਵੇ ਨਾ ਸੁਰਤ ਕਰਕੇ ਹਾਜ਼ਰ ਹੋਵੇ, ਉਹਨਾਂ ਤੇ ਮਿਹਰ ਨਹੀਂ ਹੋਣੀ। ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜਾ ਹਾਜ਼ਰ ਹੀ ਨਹੀਂ ਹੁੰਦਾ ਉਹਦੇ ਤੇ ਕਦੇ ਮਿਹਰ ਨਹੀਂ ਹੋਣੀ। ਈਮਾਨ ਦੋਸਤ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਈਮਾਨ ਹੈ, ਈਮਾਨ ਧਰਮ, ਇਹਦੇ ਵਰਗਾ ਦੁਨੀਆ 'ਚ ਕੋਈ ਦੋਸਤ ਨਹੀਂ। ਈਮਾਨ ਧਰਮ, ਧਰਮ ਵਰਗਾ ਦੁਨੀਆ ਵਿੱਚ ਕੋਈ ਖਾਲਸਾ ਜੀ ਦੋਸਤ ਨਹੀਂ। ਜਿਹੜਾ ਸਾਡਾ ਧਰਮ ਹੈ, ਸਾਡਾ ਸਭ ਤੋਂ ਪਿਆਰਾ ਮਿੱਤਰ ਹੈ। ਔਰ ਐਸਾ ਹੈ ਇਹਨੇ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਨਾਲ ਨਿਭਣਾ। ਈਮਾਨ ਦੋਸਤ ਹੈ। ਜਿਹੜਾ ਈਮਾਨ ਹੈ, ਧਰਮ ਹੈ, ਇਹ ਸਾਡਾ ਦੋਸਤ ਹੈ, ਮਿੱਤਰ ਹੈ। ਬੇਈਮਾਨ ਕਾਫਰ ਹੈ। ਜਿਹੜਾ ਬੇਈਮਾਨ ਹੈ, ਜਿਹਦਾ ਕੋਈ ਈਮਾਨ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਦੀਨ ਨਹੀਂ, ਕੋਈ ਧਰਮ ਨਹੀਂ, ਮਹਾਰਾਜ ਜੀ ਕਹਿੰਦੇ ਉਹ ਹੈ ਕਾਫਰ। ਜਿਹਦਾ ਕੋਈ ਧਰਮ ਨਹੀਂ ਉਹ ਕਾਫਰ ਹੈ। ਆਮ ਕਰਕੇ ਮੁਸਲਮਾਨ ਆਪਣੇ ਧਰਮ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਕਾਫਰ ਹੀ ਕਹਿੰਦੇ। ਮਹਾਰਾਜ ਜੀ ਕਹਿੰਦੇ ਆ ਕਾਫਰ ਉਹ ਹੈ ਜਿਹਦਾ ਕੋਈ ਈਮਾਨ ਨਹੀਂ। ਕਿ ਮੁਸਲਮਾਨਾਂ ਦੇ ਵਿੱਚ ਬੇਈਮਾਨ ਲੋਕ ਨਹੀਂ ਹੁੰਦੇ ਜਿਨ੍ਹਾਂ ਦਾ ਈਮਾਨ ਨਾ ਹੋਵੇ? ਜਿਹੜਾ ਬੇਈਮਾਨ ਹੈ, ਈਮਾਨ ਤੋਂ ਵਿਹੂਣਾ, ਪਾਤਸ਼ਾਹ ਕਹਿੰਦੇ ਉਹ ਕਾਫਰ ਹੈ।
ਤਕੱਬਰ ਕਹਿਰ ਤਕੱਬਰ ਕਹਿੰਦੇ ਨੇ ਹੰਕਾਰ ਨੂੰ, ਹੈਂਕੜ ਨੂੰ। ਜਿਹੜਾ ਹੰਕਾਰ ਕਰਨਾ, ਹੈਂਕੜ ਕਰਨੀ ਹੈ ਬਿਰਤੀ, ਪਾਤਸ਼ਾਹ ਕਹਿੰਦੇ ਇਹ ਹੰਕਾਰ ਕਰਨਾ, ਤਕੱਬਰ ਜਿਹੜਾ ਇਹ ਕਹਿਰ ਦੇ ਬਰਾਬਰ ਹੈ। ਤਕੱਬਰ ਕਹਿਰ ਹੈ। ਤਕੱਬਰ ਕਹਿੰਦੇ ਹਉਮੈ ਨੂੰ। ਹੰਕਾਰ ਵਰਗਾ ਦੁਨੀਆ 'ਚ ਕੋਈ ਕਹਿਰ ਨਹੀਂ ਹੈ। ਉਰੇ ਕਹਿਰ ਕਿਸੇ ਦੂਜੇ ਤੇ ਨਹੀਂ ਹੈ। ਜਿਹੜਾ ਹੰਕਾਰ ਕਰਦਾ ਉਹ ਕਹਿਰ ਉਹਦੇ ਤੇ ਹੀ ਵਰਤਦਾ। ਉਸੇ ਹੰਕਾਰ ਕਰਕੇ ਕਹਿਰ ਵਰਤਦਾ ਜਦੋਂ, ਤੇ ਫਿਰ ਜੰਮਦਾ ਹੈ, ਮਰਦਾ ਹੈ, ਆਉਂਦਾ ਹੈ, ਜਾਂਦਾ ਹੈ। ਇਹਦੇ ਤੋਂ ਵੱਡਾ ਕਹਿਰ ਹੈ ਕੋਈ? ਬਾਰ-ਬਾਰ ਪੁੱਠਾ ਲਟਕਣਾ ਤੇ ਬਾਰ-ਬਾਰ ਅੱਗ 'ਚ ਸੜਨਾ, ਇਹਦੇ ਤੋਂ ਵੱਡਾ ਕਹਿਰ ਕਿਹੜਾ ਦੁਨੀਆ 'ਚ ਬਈ? ਉਹ ਕਿਉਂ ਵਰਤ ਰਿਹਾ ਕਹਿਰ? ਹੰਕਾਰ ਕਰਕੇ। ਹਉਮੈ ਦੀਰਘ ਰੋਗ ਹੈ। ਇਹ ਬੜਾ ਵੱਡਾ ਕਹਿਰ ਹੈ ਹੰਕਾਰ ਦਾ। ਗੁੱਸਾ ਹਰਾਮ ਹੈ। ਔਰ ਗੁੱਸਾ, ਕ੍ਰੋਧ ਕਰਨਾ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਹੇ ਲੜਾਈਆਂ ਦੇ ਮੂਲ ਕ੍ਰੋਧ, ਤੂੰ ਜਿਨ੍ਹਾਂ ਦੇ ਹਿਰਦਿਆਂ 'ਚ ਆ ਜਾਣਾ, ਪੰਜਵੇਂ ਪਾਤਸ਼ਾਹ ਕਹਿੰਦੇ ਉਹਨਾਂ ਦੇ ਹਿਰਦਿਆਂ 'ਚ ਤੂੰ ਦਇਆ ਪੈਦਾ ਨਹੀਂ ਹੋਣ ਦਿੰਦਾ। ਉਹਨਾਂ ਨੂੰ ਨਿਰਦਈ ਬਣਾ ਕੇ ਰੱਖ ਦਿੰਦਾ। ਪੰਡਤ ਗੁਲਾਬ ਸਿੰਘ ਜੀ ਲਿਖਦੇ ਕ੍ਰੋਧ ਬਾਰੇ, ਕਹਿੰਦੇ ਕ੍ਰੋਧ ਕਹਿੰਦਾ ਅੰਧ ਕਰੋ ਦ੍ਰਿਗਵੰਤਨ ਕੋ, ਸੁਰਤਵੰਤਨ ਕੋ ਬਦਰੋ ਕਰ ਡਾਰੋ। ਕਹਿੰਦਾ ਅੱਖਾਂ ਵਾਲਿਆਂ ਨੂੰ ਮੈਂ ਅੰਨਾ ਬਣਾ ਕੇ ਰੱਖ ਦਿੰਦਾ। ਕ੍ਰੋਧ ਕਹਿੰਦਾ ਜਿਨ੍ਹਾਂ ਦੀ ਅੱਖਾਂ ਨੇ ਮੈਂ ਉਹਨਾਂ ਨੂੰ ਅੰਨਾ ਕਰ ਦਿੰਦਾ, ਜਿਨ੍ਹਾਂ ਦੇ ਕੰਨ ਨੇ ਮੈਂ ਉਹਨਾਂ ਨੂੰ ਬੋਲਾ ਬਣਾ ਦਿੰਦਾ। ਕ੍ਰੋਧ ਕਹਿੰਦਾ ਮੈਂ ਸੁਣਨ ਹੀ ਨਹੀਂ ਦਿੰਦਾ ਕਿਸੇ ਦੀ। ਤੋ ਜਿੱਥੇ ਗੁੱਸਾ ਹੈ, ਕ੍ਰੋਧ ਹੈ, ਪਾਤਸ਼ਾਹ ਕਹਿੰਦੇ ਹਰਾਮ ਹੈ। ਹਾਂਜੀ। ਨਫਸ ਸ਼ੈਤਾਨ ਹੈ। ਨਫਸ਼ ਫਾਰਸੀ ਦਾ ਲਫ਼ਜ਼ ਹੈ ਨਫਸ਼। ਨਫਸ਼ ਹਵਾਏ। ਨਫਸ਼ ਹਵਾਏ ਦਾ ਮਤਲਬ ਹੁੰਦਾ ਹੈ ਮਾੜੀਆਂ ਵਾਸ਼ਨਾਵਾਂ, ਭੈੜੀਆਂ ਵਾਸ਼ਨਾਵਾਂ, ਮਲਨ ਵਾਸ਼ਨਾਵਾਂ। ਜਿਹੜੀਆਂ ਭੈੜੀਆਂ ਵਾਸ਼ਨਾਵਾਂ ਹਿਰਦੇ 'ਚ ਪੈਦਾ ਹੁੰਦੀਆਂ ਨੇ, ਇਹ ਸ਼ੈਤਾਨ ਦਾ ਕੰਮ ਹੈ। ਮਾੜੀਆਂ ਵਾਸ਼ਨਾਵਾਂ ਹਿਰਦੇ 'ਚ ਰੱਖਣੀਆਂ, ਮਾੜੇ ਖਿਆਲਾਤ, ਮਾੜੇ ਫੁਰਨੇ, ਮਾੜੇ ਸੰਕਲਪ, ਮਾੜੇ ਵਿਕਲਪ ਆਪਣੇ ਹਿਰਦੇ ਵਿੱਚ ਰੱਖਣੇ, ਇਹ ਸ਼ੈਤਾਨ ਦਾ ਕਰਮ ਹੈ। ਹੋਰ ਸ਼ੈਤਾਨ ਉਹ ਨਹੀਂ ਹੁੰਦਾ ਜਿਹਦੇ ਸਿਰ ਤੇ ਸਿੰਘ ਹੋਣ। ਬੰਦਿਆਂ 'ਚ ਹੀ ਹੁੰਦੇ ਆ ਸ਼ੈਤਾਨ। ਤੇ ਬੰਦਿਆਂ ਵਿੱਚ ਵੀ ਸਰੀਰ ਤਾਂ ਸਾਰਿਆਂ ਦੇ ਇੱਕੋ ਜਿਹੇ ਨੇ। ਸਰੀਰਾਂ ਕਰਕੇ ਭੇਦ ਨਹੀਂ ਹੁੰਦਾ ਸ਼ੈਤਾਨ ਤੇ ਦੇਵਤੇ ਦਾ। ਜਿਹਦੀ ਸੁਰਤੀ ਵਿੱਚ ਖੋਟ ਹੈ, ਜਿਹਦੀ ਸੁਰਤੀ 'ਚ ਮੰਦ ਵਾਸ਼ਨਾਵਾਂ ਨੇ, ਮਹਾਰਾਜ ਜੀ ਕਹਿੰਦੇ ਉਹੀ ਸ਼ੈਤਾਨ ਹੈ। ਗੁਮਾਨ ਲਾਨਤੀ ਹੈ। ਤੇ ਜਿਹੜਾ ਗੁਮਾਨ ਕਰਨਾ ਝੂਠਾ, ਮੇਰੇ ਜਿਹਾ ਕੌਣ ਹੋ ਸਕਦਾ? ਝੂਠਾ ਗੁਮਾਨ ਕਰਨ ਵਾਲਾ ਦੁਨੀਆ 'ਚ ਸਭ ਤੋਂ ਵੱਡਾ ਲਾਨਤੀ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਗੁਮਾਨੀ ਹੈ ਉਹੀ ਲਾਨਤੀ ਹੈ। ਉਹਦੇ ਵਰਗਾ ਲਾਨਤੀ ਕਿਹੜਾ ਸੰਸਾਰ 'ਚ? ਕਾਹਦਾ ਗੁਮਾਨ ਕਰਦਾ ਬਈ? ਝੂਠਾ ਗੁਮਾਨ। ਗੁਮਾਨ ਤਾਂ ਝੂਠਾ ਹੀ ਹੈ ਨਾ। ਜੇ ਸਰੀਰ ਦਾ ਕਰੇ ਤਾਂ ਵੀ ਝੂਠਾ, ਜੇ ਸਰੀਰ ਨਾਲ ਜੁੜੀ ਕਿਸੇ ਵਸਤੂ ਦਾ ਕਰੇ ਤਾਂ ਵੀ ਝੂਠਾ। ਗੁਮਾਨ ਕਾਹਦਾ ਬਈ? ਪਾਤਸ਼ਾਹ ਕਹਿੰਦੇ ਵੀ ਕਾਹਦਾ ਗੁਮਾਨ? ਉਤੰਗੀ ਪੈਹੋਰੀ ਗਹਿਰੀ ਗੰਭੀਰੀ, ਸਸੜ ਸੁਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ। ਪਾਤਸ਼ਾਹ ਕਹਿੰਦੇ ਕਾਹਦਾ ਮਾਣ ਬਈ, ਕਾਹਦਾ ਹੰਕਾਰ? ਇੱਥੇ ਤਾਂ ਪੱਕੇ ਪੱਕੇ ਮਹਿਲ ਵੱਡੇ ਵੱਡੇ ਟੁੱਟ ਕੇ ਢਹਿ ਢੇਰੀ ਹੋ ਜਾਂਦੇ, ਤੂੰ ਕਾਹਦਾ ਮਾਣ ਕਰਦਾ ਬਈ? ਕਾਹਦਾ ਹੰਕਾਰ? ਜਿਹੜਾ ਗੁਮਾਨ ਕਰੇ ਉਹ ਗੁਮਾਨੀ ਲਾਨਤੀ ਹੈ। ਹਾਂਜੀ। ਪਸ ਗੈਬਤ ਕਾ ਮੂੰਹ ਕਾਲਾ ਹੈ। ਪਸ ਗੈਬਤ ਕਹਿੰਦੇ ਨੇ ਨਿੰਦਕ, ਨਿੰਦਾ ਕਰਨ ਵਾਲਾ। ਜਿਹੜਾ ਕਿਸੇ ਦੂਜੇ ਦੀ ਐਬ ਨੂੰ ਬਿਆਨ ਕਰੇ ਉਹਨੂੰ ਪਸ ਗੈਬਤ, ਨਿੰਦਕ। ਪਾਤਸ਼ਾਹ ਕਹਿੰਦੇ ਜਿਹੜਾ ਨਿੰਦਕ ਹੈ, ਨਿੰਦਕਾਂ ਦਾ ਮੂੰਹ ਕਾਲਾ ਹੈ। ਪਸ ਗੈਬਤ ਕਾ ਮੂੰਹ ਕਾਲਾ ਹੈ। ਜਿਹੜਾ ਨਿੰਦਕ ਹੈ, ਨਿੰਦਕਾਂ ਦੇ ਮੂੰਹ ਕਾਲੇ ਨੇ। ਨਿੰਦਕ ਕਾ ਮੁਖ ਕਾਲਾ ਹੋਆ। ਨਿੰਦਕਾਂ ਦੇ ਮੂੰਹ ਕਾਲੇ ਨੇ, ਇੱਥੇ ਵੀ ਉੱਥੇ ਵੀ, ਦੋਹਾਂ ਜਹਾਨਾਂ 'ਚ। ਉਹਨਾਂ ਨੇ ਸਾਰੀ ਜ਼ਿੰਦਗੀ ਕਾਲਖੀ ਢੋਈ ਹੈ, ਸਾਰੀ ਜ਼ਿੰਦਗੀ ਕਾਲੀ ਸ਼ਾਹੀ ਆਪਣੇ ਮੂੰਹ ਤੇ ਮਲੀ ਹੈ। ਤੋ ਪਾਤਸ਼ਾਹ ਕਹਿੰਦੇ ਜਿਹੜੇ ਨਿੰਦਕ ਨੇ, ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਨੇ। ਅੱਜ ਕੱਲ ਨਿੰਦਾ ਵੀ ਇਸ ਲੇਬਲ ਵਿੱਚ ਲਪੇਟ ਕੇ ਕੀਤੀ ਜਾਂਦੀ ਜੀ, ਮੈਂ ਤਾਂ ਸੱਚ ਕਹਿ ਰਿਹਾ। ਨਿੰਦਾ
ਇਸ ਲੈਵਲ ਦੇ ਥੱਲੇ ਕੀਤੀ ਜਾਂਦੀ ਹੈ ਵੀ ਮੈਂ ਤਾਂ ਸੱਚ ਕਹਿ ਰਿਹਾ, ਸੱਚ ਕਹਿਣਾ ਨਿੰਦਾ ਥੋੜੀ ਹੈ। ਤੁਸੀਂ ਕਿਸੇ ਦੀ ਪਿੱਠ ਪਿੱਛੇ ਕੋਈ ਗੱਲ ਕਰ ਰਹੇ ਹੋ, ਭਾਵੇਂ ਸੱਚ ਹੀ ਕਹਿ ਰਹੇ ਹੋ, ਉਹ ਨਿੰਦਾ ਹੀ ਗਿਣੀ ਜਾਏਗੀ, ਉਹਨੂੰ ਨਿੰਦਾ ਹੀ ਕਿਹਾ ਜਾਏਗਾ। ਤੋ ਜਿਹੜਾ ਨਿੰਦਕ ਹੈ, ਪਾਤਸ਼ਾਹ ਕਹਿੰਦੇ ਨਿੰਦਕ ਦਾ ਮੂੰਹ ਕਾਲਾ ਹੈ। ਖਾਲਸਾ ਜੀ, ਜਦੋਂ ਅਸੀਂ ਕਿਸੇ ਦਾ ਕੋਈ ਔਗਣ ਵੇਖ ਕੇ ਨਿੰਦਦੇ ਹਾਂ, ਉਹ ਔਗਣ ਦੀ ਇੱਕ ਤਸਵੀਰ ਸਾਡਾ ਮਨ ਰੂਪੀ ਕੈਮਰਾ ਖਿੱਚ ਲੈਂਦਾ। ਸਾਡਾ ਮਨ ਨਾ ਕੈਮਰਾ ਹੈ, ਉਹਦੇ ਦੇ ਪਿਕਸਲ ਇੰਨੇ ਜ਼ਿਆਦਾ ਨੇ ਵੀ ਗਿਣਤੀ ਮਿਣਤੀ ਕੋਈ ਨਹੀਂ। ਕੱਲੀ ਕੱਲੀ ਗੱਲ ਸੂਖਮ ਤੋਂ ਸੂਖਮ ਇਹਨੇ ਖਿੱਚੀ ਜਾਣੀ, ਔਰ ਉਹ ਫੋਟੋਆਂ ਖਿੱਚ ਕੇ ਆਪਣੇ ਅੰਦਰ ਸਟੋਰ ਕਰੀ ਜਾਣੀਆਂ ਨੇ। ਤੇ ਮੈਮਰੀ ਕਾਰਡ ਦਾ ਤਾਂ ਪਤਾ ਹੀ ਨਹੀਂ ਵੀ ਕਿੱਡਾ ਕੁ ਵੱਡਾ ਹੈ। ਕਈ ਜਨਮਾਂ ਦਾ ਡਾਟਾ ਜਿਹੜਾ ਅੰਦਰ ਇਕੱਠਾ ਕੀਤਾ ਹੋਇਆ ਇਹਨੇ। ਹੁਣ ਜਦੋਂ ਕਿਸੇ ਦਾ ਔਗਣ ਵੇਖਦੇ ਆ, ਉਹਦੀ ਇੱਕਦਮ ਫੋਟੋ ਖਿੱਚ ਲਈ ਮਨ ਨੇ, ਅੰਦਰ ਚਲੀ ਗਈ। ਅਸੀਂ ਕੀਤੀ ਨਿੰਦਾ ਉਹਦੀ ਔਗਣ ਦੀ, ਪਰ ਉਹਦੀ ਫੋਟੋ ਅੰਦਰ ਚਲੀ ਗਈ। ਕਿਤੇ ਨਾ ਕਿਤੇ, ਕਦੇ ਨਾ ਕਦੇ ਉਹ ਫੋਟੋ ਨੇ ਪ੍ਰਗਟ ਹੋ ਕੇ ਆਪਣਾ ਸੰਸਕਾਰ ਬਣਾ ਹੀ ਲੈਣਾ ਅੰਦਰ। ਇਸ ਕਰਕੇ ਮਹਾਰਾਜ ਜੀ ਨੇ ਸਪਸ਼ਟ ਕਿਹਾ, ਨਿੰਦਾ ਭਲੀ ਕਿਸੈ ਕੀ ਨਾਹੀ। ਕਿਸੇ ਦੀ ਵੀ ਨਿੰਦਾ ਭਲੀ ਨਹੀਂ। ਧਾਰਮਿਕ ਖਿੱਤੇ ਵਿੱਚ ਭਾਈ ਆਪਣੀ ਬਿਰਤੀ ਸਭ ਭਲੇ ਨੇ ਮੇਰੇ ਤੋਂ, ਮੈਂ ਸਭ ਦੇ ਚਰਨਾਂ ਦੀ ਖਾਕ। ਜਿਹੜਾ ਨਿੰਦਕ ਹੈ, ਪਾਤਸ਼ਾਹ ਕਹਿੰਦੇ ਨਿੰਦਕ ਦਾ ਮੂੰਹ ਕਾਲਾ ਦੋਨਾਂ ਜਹਾਨਾਂ 'ਚ। ਰੱਬ ਦੀ ਨਿੰਦਾ ਕਰਨ ਵਾਲੇ ਵੀ ਬੜੇ ਹੋਏ। ਭਾਈ ਗੁਰਦਾਸ ਸਾਹਿਬ ਲਿਖਦੇ ਉਹਨਾਂ ਨਿੰਦਕਾਂ ਬਾਰੇ। ਉਹ ਕਹਿੰਦੇ ਨਿੰਦਾ ਕਰ ਹਰਣਾਖਸੈ, ਵੇਖੋ ਫਲ ਵੱਟੇ, ਲੰਕ ਲੁਟਾਈ ਰਾਵਣ, ਮਸਤਕ 10 ਕੱਟੇ। ਕਹਿੰਦੇ ਹਰਣਾਕਸ਼ ਨੇ ਨਿੰਦਾ ਕਰਕੇ ਕੀ ਖੱਟਿਆ ਬਈ? ਰਾਵਣ ਨੇ ਨਿੰਦਾ ਕੀਤੀ ਰਾਮ ਦੀ, 10 ਸਿਰ ਕਟਾ ਲਏ ਆਪਣੇ। ਕੁੱਤਾ ਰਾਜ ਬਹਾਲੀਆ, ਫਿਰ ਚੱਕੀ ਚੱਟਾ, ਸੱਪੈ ਦੁੱਧ ਪਿਆਲੀਆ, ਵਿਹੋ ਮੁੱਖੋਂ ਸੁੱਟੈ। ਪੱਥਰ ਪਾਣੀ ਰੱਖੀਆ, ਮਨ ਹੱਠ ਨਾ ਘਟੈ। ਕਹਿੰਦੇ ਇਸ ਤਰ੍ਹਾਂ ਚਲਦਿਆਂ ਤਿਉ ਨਿੰਦਕ ਪਰ ਨਿੰਦਹੂ, ਹੱਠ ਮੂਲ ਨਾ ਘਟੈ। ਆਪਣ ਹੱਥੀਂ ਆਪਣੀ ਜੜ ਆਪਿਓ ਪੱਟੈ। ਨਿੰਦਾ ਕਰਨ ਤੋਂ ਨਿੰਦਕ ਬਾਜ ਨਹੀਂ ਆਉਂਦਾ, ਔਰ ਆਪਣੀਆਂ ਜੜ੍ਹਾਂ ਆਪਣੇ ਹੱਥੀਂ ਪੁੱਟਦਾ। ਪਾਤਸ਼ਾਹ ਕਹਿੰਦੇ ਜਿਹੜਾ ਨਿੰਦਕ ਹੈ ਉਹਦਾ ਮੂੰਹ ਕਾਲਾ ਹੈ। ਦਿਆਨਤਦਾਰ ਸੁਰਖ ਰੋਏ ਹੈ। ਦਿਆਨਤਦਾਰ ਕਹਿੰਦੇ ਨੇ ਇਮਾਨਦਾਰ ਨੂੰ। ਇਮਾਨਦਾਰੀ ਦਾ ਤਾਂ ਮਾਨੋ ਜਿਵੇਂ ਅੱਜ ਦੇ ਸਮੇਂ 'ਚ ਕਾਲ ਜਿਹਾ ਪਿਆ ਨਜ਼ਰ ਆਉਂਦਾ ਨਾ, ਕਲੀ ਕਾਲ ਦਾ ਸਮਾਂ, ਇਮਾਨਦਾਰੀ ਦਾ ਕਾਲ ਜਿਹਾ ਪਿਆ। ਪਰ ਐਸਾ ਨਹੀਂ ਵੀ ਖਤਮ ਹੋ ਗਈ ਹੈ, ਪਰ ਕਲੀ ਕਾਲ ਦਾ ਮਤਲਬ ਇਹੀ ਹੈ ਵੀ ਜਿਹਦੇ ਵਿੱਚ ਬੇਈਮਾਨੀ ਵੱਧ ਜਾਏ ਤੇ ਇਮਾਨਦਾਰੀ ਘਟ ਜਾਏ। ਜਿਹੜਾ ਇਮਾਨਦਾਰ ਹੈ, ਯਾਨੀ ਕਿ ਆਪਣੇ ਇਮਾਨ ਤੇ ਪੱਕਾ ਹੈ, ਉਹ ਇਹ ਸੰਸਾਰ ਵਿੱਚ ਸੁਰਖਰੂ, ਇੱਥੇ ਵੀ ਉੱਥੇ ਵੀ। ਉਹਨੂੰ ਕਦੇ ਤੋਖਲਾ ਨਹੀਂ ਰਹਿਣਾ। ਜਿਹੜਾ ਬੇਈਮਾਨ ਬੰਦਾ ਹੁੰਦਾ ਉਹਨੂੰ ਤੋਖਲਾ ਰਹਿੰਦਾ, ਕਿਤੇ ਮੇਰੀ ਬੇਈਮਾਨੀ ਜ਼ਾਹਰ ਨਾ ਹੋ ਜਾਏ, ਉਹਨੂੰ ਡਰ ਰਹੇਗਾ। ਉਹ ਇੱਥੇ ਵੀ ਦੁਖੀ, ਅੱਗੇ ਵੀ ਦੁਖੀ। ਜਿਹੜਾ ਇਮਾਨਦਾਰ ਹੈ ਉਹਨੂੰ ਪਤਾ ਵੀ ਮੈਂ ਤਾਂ ਜੋ ਹੈ ਅੰਦਰੋਂ ਬਾਹਰੋਂ ਹਾਂ। ਉਹ ਇੱਥੇ ਵੀ ਸੁਰਖਰੂ ਹੈ, ਅੱਗੇ ਵੀ ਸੁਰਖਰੂ ਹੈ। ਪਾਤਸ਼ਾਹ ਬੜੇ ਕਮਾਲ ਦੇ ਵਚਨ ਕਹਿ ਰਹੇ ਨੇ। ਪਾਤਸ਼ਾਹ ਕਹਿੰਦੇ ਦਿਆਨਤਦਾਰ ਸੁਰਖਰੋਏ ਹੈ। ਜਿਹੜਾ ਦਿਆਨਤਦਾਰ ਹੈ, ਇਮਾਨਦਾਰ ਹੈ, ਉਹ ਸੁਰਖਰੂ ਹੈ। ਬੇਦਿਆਨਤ ਸਿਆ ਹੋਏ ਹੈ। ਜਿਹੜਾ ਬੇਦਿਆਨਤ ਯਾਨੀ ਕਿ ਬੇਈਮਾਨ ਹੈ, ਉਹਦਾ ਇੱਥੇ ਵੀ ਮੂੰਹ ਕਾਲਾ, ਉਹਦਾ ਉੱਥੇ ਵੀ ਮੂੰਹ ਕਾਲਾ। ਦੋਹਾਂ ਬੇਈਮਾਨਾਂ ਨੂੰ ਤਾਂ ਇੱਥੇ ਵੀ ਲੋਕ ਲਾਹਨਤਾਂ ਪਾਉਂਦੇ ਆ, ਇੱਥੇ ਵੀ ਉਹਨਾਂ ਦੇ ਮੂੰਹ ਤੇ ਨਿੰਦਾ ਦੀ ਕਾਲਖ ਪੋਚੀ ਜਾਂਦੀ ਹੈ। ਔਰ ਜਦੋਂ ਇੱਥੋਂ ਜਾਂਦੇ ਹੈ, ਉੱਥੇ ਵੀ ਦਾਗ ਦੋਸ ਮੋਹੇ ਚੱਲਿਆ ਲਾਏ, ਦਰਗਹ ਬੈਸਣ ਨਾਹੀ ਜਾਏ। ਇੱਥੋਂ ਉੱਥੇ ਜਾਂਦੇ ਆ, ਉੱਥੇ ਵੀ ਮੂੰਹ ਕਾਲਾ ਕਰਕੇ ਪਹੁੰਚਦੇ ਨੇ। ਅਕਿਰਤ ਕਣ ਜ਼ਰਦ ਰੂਏ ਹੈ। ਜਿਹੜੇ ਅਕਿਰਤ ਕਣ ਨੇ, ਅਕਿਰਤ ਕਣ ਕਿਹਨੂੰ ਕਹਿੰਦੇ? ਜਿਹੜੇ ਕਿਸੇ ਦੀ ਕੀਤੀ ਨੂੰ ਭੁਲਾ ਦੇਣ, ਉਹਨੂੰ ਕਹਿੰਦੇ ਆ ਅਕਿਰਤ ਕਣ। ਇਹ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਕੀਤੇ ਪਰਉਪਕਾਰਾਂ ਨੂੰ ਭੁਲਾਉਣ ਵਾਲੇ ਅਕਿਰਤ ਕਣਾਂ ਦੇ ਵੱਗਾਂ ਦੇ ਵੱਗ ਫਿਰਦੇ ਆ।
ਜਿਨ੍ਹਾਂ ਨੇ ਪ੍ਰਮਾਤਮਾ ਦੀ ਕੀਤੀ ਦਇਆ ਨੂੰ, ਉਹਦੇ ਕੀਤੇ ਪਰਉਪਕਾਰ ਨੂੰ ਭੁਲਾ ਦਿੱਤਾ, ਉਹਨੂੰ ਕਹਿੰਦੇ ਅਕਿਰਤ ਘਣ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਆ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਸੰਦੇ, ਭਾਰੇ ਭੁਈ ਅਕਿਰਤ ਘਣ ਮੰਦੀ ਹੂੰ ਮੰਦੇ। ਜਿਹੜੇ ਅਕਿਰਤ ਘਣ ਨੇ ਉਸ ਧਰਤੀ ਤੇ ਭਾਰ ਨੇ, ਬੋਝ ਨੇ। ਭਾਈ ਸਾਹਿਬ ਅਕਿਰਤ ਘਣ ਬੰਦੇ ਦੀ ਦ੍ਰਿਸ਼ਟੀ ਕਿੰਨੀ ਮਾੜੀ, ਇੱਕ ਹੋਰ ਉਦਾਹਰਣ ਦਿੰਦੇ। ਕਹਿੰਦੇ ਕਿ ਚੰਡਾਲਣ ਨੇ ਕੁੱਤੇ ਦਾ ਮਾਸ ਲਿਆ ਤੇ ਸ਼ਰਾਬ 'ਚ ਰਿੰਨਿਆ, ਸ਼ਰਾਬ 'ਚ ਰਿੰਨ ਕੇ ਮੁਰਦੇ ਬੰਦੇ ਦੀ ਖੋਪੜੀ 'ਚ ਪਾ ਕੇ ਉਤੋਂ ਕੱਪੜੇ ਨਾਲ ਢੱਕ ਲਿਆ, ਲੈ ਟੁਰੀ। ਰਾਹ 'ਚ ਕਿਸੇ ਨੇ ਪੁੱਛਿਆ, ਭੈਣੇ ਕੀ ਲਈ ਜਾਨੀ ਹੈ? ਕਹਿਣ ਲੱਗੀ, ਵੀਰਾ ਨਾ ਪੁੱਛ, ਇਹਦੇ 'ਚ ਬੜੀ ਮਾੜੀ ਭੈੜੀ ਚੀਜ਼ ਹੈ। ਉਹ ਕਹੇ, ਨਹੀਂ ਮੈਨੂੰ ਦੱਸ। ਕਹਿਣ ਲੱਗੀ ਵੀ ਇਹਦੇ ਵਿੱਚ ਕੁੱਤੇ ਦਾ ਮਾਸ ਲੈ ਕੇ ਸ਼ਰਾਬ 'ਚ ਰਿੰਨ ਕੇ ਮੁਰਦੇ ਦੀ ਖੋਪੜੀ 'ਚ ਪਾ ਕੇ ਲਿਜਾ ਰਹੀ ਆ। ਉਹ ਕਹਿੰਦਾ ਵੀ ਇੰਨੀ ਮਾੜੀ ਤੇ ਪਿੱਟੀ ਹੋਈ ਵਸਤੂ ਨੂੰ ਕੱਪੜੇ ਨਾਲ ਢੱਕਣ ਦੀ ਕੀ ਲੋੜ ਹੈ? ਉਹ ਕਹਿਣ ਲੱਗੀ ਵੀ ਇਹ ਤਾਂ ਪਹਿਲਾਂ ਹੀ ਪਿੱਟੀ ਹੋਈ ਹੈ, ਮੈਂ ਕੱਪੜੇ ਨਾਲ ਤਾਂ ਢੱਕੀ ਆ ਵੀ ਕਿਤੇ ਕਿਸੇ ਅਕਿਰਤ ਘਣ ਬੰਦੇ ਦੀ ਇਹਦੇ ਤੇ ਨਿਗਾਹ ਨਾ ਪੈ ਜੇ, ਇਹ ਹੋਰ ਭ੍ਰਸ਼ਟ ਨਾ ਹੋ ਜਾਏ। ਅਕਿਰਤ ਘਣ ਬੰਦਾ ਇਤਨਾ ਮਲਨ ਹੈ, ਜਿਹੜਾ ਅਕਾਲ ਪੁਰਖ ਦੀ ਕੀਤੀ ਨੂੰ ਭੁਲਾ ਦੇਵੇ, ਉਹਨੂੰ ਕਹਿੰਦੇ ਨੇ ਅਕਿਰਤ ਘਣ। ਗਿਆਨੀ ਸੰਤ ਸਿੰਘ ਜੀ ਇੱਕ ਬਚਨ ਸੁਣਾਇਆ ਕਰਦੇ ਸਨ। ਉਹ ਕਹਿੰਦੇ, ਮੇਰੇ ਇੱਕ ਮਾਸਟਰ ਜੀ ਸਨ ਪ੍ਰਿੰਸੀਪਲ, ਇੱਕ ਤਲਾਬ ਦੇ ਕੰਢੇ ਤੇ ਇੱਕ ਅੰਗਰੇਜ਼ ਫੋਟੋਆਂ ਖਿੱਚਦਾ, ਉਹਨੂੰ ਵੇਖ ਰਹੇ ਸੀ। ਕੈਮਰਾ ਉਹਨਾਂ ਵੇਲਿਆਂ 'ਚ ਬਹੁਤ ਵਿਰਲਿਆਂ ਕੋਲ ਹੁੰਦਾ, ਮਹਿੰਗਾ ਕੈਮਰਾ ਸੀ। ਇੱਕ ਔਰਤ ਦਾ ਬੱਚਾ ਨਿੱਕਾ ਜਿਹਾ ਕਿਤੇ ਤਲਾਬ ਦੇ ਵਿੱਚ ਡਿੱਗ ਪਿਆ। ਉਸ ਅੰਗਰੇਜ਼ ਨੇ ਛਾਲ ਮਾਰੀ, ਕੈਮਰੇ ਦੀ ਪਰਵਾਹ ਨਾ ਕੀਤੀ, ਬੱਚਾ ਬਾਹਰ ਕੱਢਾ ਤੇ ਉਸ ਬੀਬੀ ਨੂੰ ਫੜਾਇਆ। ਜਾਣ ਵੇਲੇ ਉਹਨੇ ਬੱਚਾ ਗਲ ਨਾਲ ਲਾਇਆ, ਉਹਨੇ ਨਹੀਂ ਆਖਿਆ ਤੇਰਾ ਧੰਨਵਾਦ, ਤੇਰਾ ਸ਼ੁਕਰਾਨਾ। ਹੁਣ ਅੰਗਰੇਜ਼ ਹੱਕਾ ਬੱਕਾ ਹੋ ਕੇ ਵੇਖ ਕੇ ਹੈਰਾਨੀ ਨਾਲ ਵੀ ਇਹ ਕਿੱਦਾਂ ਦੀ ਔਰਤ ਹੈ ਵੀ ਇਹਨੇ ਤਾਂ ਧੰਨਵਾਦ ਤੱਕ ਨਹੀਂ ਕਿਹਾ। ਕਹਿੰਦੇ ਉਹ ਮਾਸਟਰ ਜੀ ਉੱਥੇ ਖੜੇ ਅੰਗਰੇਜ਼ ਨਾਲ ਗੱਲ ਕਰਦੇ ਵੀ ਫਿਕਰ ਨਾ ਕਰ, ਇਹ ਭਾਰਤ ਖੰਡ ਦੇ ਲੋਕ ਨੇ, ਇਹਨਾਂ ਵਾਸਤੇ ਦੀਨ ਤੇ ਦੁਨੀਆ ਦੇ ਮਾਲਕ ਨੇ ਤਿਲਕ ਤੇ ਜੰਜੂ ਦੀ ਰੱਖਿਆ ਵਾਸਤੇ ਆਪਣੇ ਸੀਸ ਦਾ ਦਾਨ ਦੇ ਦਿੱਤਾ, ਇਹਨਾਂ ਨੇ ਤੇ ਕਦੇ ਉਹਨਾਂ ਦਾ ਸ਼ੁਕਰ ਨਹੀਂ ਕੀਤਾ। ਅਕਿਰਤ ਘਣਤਾ ਤਾਂ ਇਹਨਾਂ ਦੇ ਖੂਨ ਵਿੱਚ ਮਿਲੀ ਹੋਈ ਹੈ। ਇਹ ਅਕਿਰਤ ਘਣ ਲੋਕ ਨੇ। ਪਾਤਸ਼ਾਹ ਕਹਿੰਦੇ ਜਿਹੜਾ ਅਕਿਰਤ ਘਣ ਹੈ, ਉਸ ਅਕਿਰਤ ਘਣ ਦਾ ਮੂੰਹ ਜਰਦਰੂਆ, ਜਰਦਰੂਏ ਦਾ ਮਤਲਬ ਹੁੰਦਾ ਪਿਲੱਤਣ, ਜਰਦਰੂ ਕਹਿੰਦੇ ਪੀਲੇ ਨੂੰ। ਉਹਨਾਂ ਦੇ ਚਿਹਰੇ ਤੇ ਪਿਲੱਤਣ ਜੀ ਛਾਈ ਰਹਿੰਦੀ ਹੈ। ਪਿਲੱਤਣ ਦਾ ਮਤਲਬ ਲਾਲੀ ਨਹੀਂ ਹੁੰਦੀ ਉਹਨਾਂ ਦੇ ਚਿਹਰਿਆਂ ਤੇ, ਖੇੜਾ ਨਹੀਂ ਹੁੰਦਾ, ਵਿਗਾਸ ਨਹੀਂ ਹੁੰਦਾ, ਉਹਨਾਂ ਦੇ ਚਿਹਰੇ ਜਰਦਰੂਏ ਹਨ, ਯਾਨੀ ਕਿ ਪਿਲੱਤਣ ਉਹਨਾਂ ਦੇ ਚਿਹਰੇ ਤੇ ਮਲੀ ਹੋਈ ਹੈ। ਬਦ ਨੀਅਤ ਨਾਪਾਕ ਹੈ, ਜਿਹਦੀ ਬਦ ਨੀਅਤ ਹੈ, ਮਾੜੀ ਨੀਅਤ, ਜਿਹਨੂੰ ਕਹਿੰਦਾ ਬਦ ਨੀਤਾ, ਆਪਾਂ ਆਮ ਪੰਜਾਬੀ 'ਚ ਕਹੇ ਬਦ ਨੀਤਾ, ਬਦ ਨੀਅਤ, ਮਾੜੀ ਨੀਅਤ ਵਾਲਾ। ਪਾਤਸ਼ਾਹ ਕਹਿੰਦੇ ਜਿਹੜਾ ਮਾੜੀ ਨੀਅਤ ਵਾਲਾ ਉਹ ਅਪਵਿੱਤਰ ਹੈ, ਨਾਪਾਕ। ਨਾਪਾਕ ਦਾ ਮਤਲਬ ਹੁੰਦਾ ਅਪਵਿੱਤਰ। ਜਿਹਦੀ ਨੀਅਤ ਮਾੜੀ, ਪਾਤਸ਼ਾਹ ਕਹਿੰਦੇ ਉਹ ਪਵਿੱਤਰ ਹੈ। ਇਹ ਕਹਿੰਦੇ ਜੀ ਫਲਾਣਾ ਪਵਿੱਤਰ ਹੈ, ਫਲਾਣੀ ਬਰਾਦਰੀ ਅਪਵਿੱਤਰ ਹੈ, ਫਲਾਣਾ ਵਰਨ ਅਪਵਿੱਤਰ ਹੈ। ਪਾਤਸ਼ਾਹ ਕਹਿੰਦੇ ਭਾਈ ਅਪਵਿੱਤਰ ਤਾਂ ਬਦ ਨੀਅਤ ਬੰਦਾ ਹੈ, ਜਿਹਦੀ ਨੀਅਤ ਮਾੜੀ ਉਹ ਅਪਵਿੱਤਰ ਹੈ। ਉਹਨੇ ਜਿੱਥੇ ਜਾਣਾ ਉੱਥੇ ਗੰਦ ਹੀ ਫੈਲਾਉਣਾ, ਪਵਿੱਤਰਤਾ ਹੀ ਫੈਲਾਉਣੀ। ਅੱਖੀਂ ਸੂਤਕ ਵੇਖਣਾ, ਪਰ ਤਰਿਆ ਪਰ ਧਨ ਰੂਪ, ਇਹ ਜਿਹੜਾ ਇਹ ਹੈ ਪਵਿੱਤਰਤਾ। ਬਦ ਨੀਅਤ ਆਦਮੀ ਨਾਪਾਕ ਹੈ, ਅਪਵਿੱਤਰ ਹੈ। ਮੋਮ ਦਿਲ ਪਾਕ ਹੈ, ਮੋਮ ਦਿਲ, ਜਿਹਦਾ ਹਿਰਦਾ ਮੋਮ ਵਾਂਗੂ ਕੂਲਾ ਕੋਮਲ, ਜਿਹਦੇ ਮਨ 'ਚ ਤਰਸ ਹੈ, ਜਿਹਦੇ ਮਨ 'ਚ ਰਹਿਮ ਹੈ, ਜਿਹਦੇ ਮਨ 'ਚ ਦਇਆ, ਜਿਹਦੇ ਮਨ 'ਚ ਕਰੁਣਾ, ਪਾਤਸ਼ਾਹ ਕਹਿੰਦੇ ਉਹ ਪਾਕ ਹੈ, ਉਹ ਪਵਿੱਤਰ ਹੈ। ਜਿਹਦਾ ਹਿਰਦਾ ਮੋਮ ਵਾਂਗੂ ਹੈ ਨਾ, ਕੂਲਾ ਨਰਮ,
ਪਾਤਸ਼ਾਹ ਕਹਿੰਦੇ ਉਹੀ ਪਾਕ ਹੈ, ਪਵਿੱਤਰ ਹੈ। ਬੇਹਿਰਸ ਔਲੀਆ ਹੈ। ਔਲੀਆ ਕਿਹਨੂੰ ਕਹਿੰਦੇ? ਔਲੀਆ ਫਕੀਰ, ਮਹਾਤਮਾ, ਔਲੀਆ। ਪਾਤਸ਼ਾਹ ਕਹਿੰਦੇ ਜਿਹਨੂੰ ਕੋਈ ਹਿਰਸ ਨਾ ਹੋਵੇ ਉਹਨੂੰ ਕਹਿੰਦੇ ਨੇ ਔਲੀਆ। ਬੇਹਿਰਸ, ਜਿਹੜਾ ਜਿਹਦੇ ਅੰਦਰ ਹਿਰਸ ਹੈ ਉਹ ਕਾਹਦਾ ਔਲੀਆ? ਉਹ ਤਾਂ ਵਿਚਾਰਾ ਕਿਸੇ ਦੇ ਦਰ ਤੇ ਖਲੋਤਾ, ਉਹਦੀ ਹਿਰਸ ਰੱਖਦਾ ਵੀ 2 ਰੋਟੀਆਂ ਦੇ ਦੇਵੇ। ਜਿਹੜਾ ਬੇਹਿਰਸ, ਜਿਹਨੂੰ ਕੋਈ ਹਿਰਸ ਹੀ ਨਹੀਂ, ਅਸਲ ਵਿੱਚ ਉਹੀ ਔਲੀਆ ਹੈ। ਉਹ ਪੈਗੰਬਰ ਕਹਿ ਸਕਦੇ ਹੋ ਉਹਨੂੰ ਤੁਸੀਂ ਮਹਾਤਮਾ ਕਹਿ ਸਕਦੇ ਹੋ, ਉਹਨੂੰ ਤੁਸੀਂ ਸੰਤ ਕਹਿ ਸਕਦੇ ਹੋ, ਜਿਹਨੂੰ ਦੁਨੀਆ ਦੀ ਕੋਈ ਹਿਰਸ ਨਹੀਂ, ਬੇਹਿਰਸ। ਹਾਂਜੀ। ਹਿਰਸਮੰਦ ਫਾਜ਼ਰਨ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਹਿਰਸ ਕਰਨ ਵਾਲਾ, ਲਾਲਚ ਕਰਨ ਵਾਲਾ, ਉਹ ਇਸ ਸੰਸਾਰ ਦੇ ਵਿੱਚ ਪਾਪੀ ਹੈ। ਜਿਹੜਾ ਹਿਰਸ ਕਰੇਗਾ, ਲਾਲਚ ਕਰੇਗਾ, ਉਹ ਪਾਪ ਵੀ ਕਰੇਗਾ ਆਪਣੀ ਉਸ ਹਿਰਸ ਨੂੰ ਪੂਰਿਆ ਕਰਨ ਲਈ। ਇਸ ਕਰਕੇ ਜਿਹੜਾ ਹਿਰਸ ਕਰੇਗਾ, ਮਹਾਰਾਜ ਜੀ ਕਹਿੰਦੇ ਉਹ ਪਾਪੀ ਹੈ। ਦਰੋਗ ਦੋਜ਼ਕ ਹੈ। ਦਰੋਗ ਕਹਿੰਦੇ ਨੇ ਝੂਠ ਬੋਲਣ ਨੂੰ। ਦਰੋਗ ਫਾਰਸੀ 'ਚ ਕਹਿੰਦੇ ਆ ਝੂਠ ਬੋਲਣਾ। ਪਾਤਸ਼ਾਹ ਕਹਿੰਦੇ ਜਿਹੜਾ ਝੂਠਾ ਹੈ ਉਹੀ ਨਰਕਾਂ ਨੂੰ ਗਮਨ ਕਰਨ ਵਾਲਾ ਨਾਰਕੀ ਹੈ। ਦਰੋਗ ਦੋਜਕ ਹੈ। ਜਿਹੜਾ ਝੂਠ ਹੈ, ਝੂਠ ਵਰਗਾ ਨਰਕ ਨਹੀਂ ਸੰਸਾਰ 'ਚ ਕੋਈ। ਕੋਈ ਪੁੱਛਦਾ ਵੀ ਇਹ ਸੰਸਾਰ 'ਚ ਕੋਈ ਨਰਕ ਹੈ? ਜੇ ਵੇਖਣਾ ਹੋਵੇ ਤਾਂ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡਾ ਨਰਕ ਹੈ ਇਸ ਸੰਸਾਰ ਵਿੱਚ ਝੂਠ। ਜਿਹੜਾ ਝੂਠ ਬੋਲ ਰਿਹਾ ਸਮਝ ਲਓ ਉਹ ਨਰਕ ਦੇ ਵਿੱਚ ਵਸ ਰਿਹਾ ਤੇ ਨਰਕ ਭੋਗ ਰਿਹਾ ਹੈ। ਝੂਠ ਬੋਲਣਾ ਨਰਕ ਭੋਗਣ ਦੇ ਹੀ ਤੁੱਲ ਹੈ। ਪਾਤਸ਼ਾਹ ਕਹਿੰਦੇ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਮੁੱਠਾ ਆਪ ਮੁਹਾਏ ਸੱਥ ਹੈ। ਨਾਨਕ ਐਸਾ ਆਗੂ, ਇਹੋ ਜਿਹੇ ਆਗੂ ਹੋ ਗਏ ਸੰਸਾਰ ਵਿੱਚ ਝੂਠ ਬੋਲਣ ਵਾਲੇ। ਕਲਯੁਗ ਰਥ ਅਗਨ ਕਾ ਕੂੜ ਅੱਗਾ ਰਥਵਾਹੋ। ਕਲਯੁਗ ਰਥ ਅੱਗ ਦਾ ਔਰ ਇਹਦਾ ਰਥਵਾਈ, ਇਹਨੂੰ ਹੱਕਣ ਵਾਲਾ, ਚਲਾਉਣ ਵਾਲਾ ਹੈ ਝੂਠ। ਪਾਤਸ਼ਾਹ ਕਹਿੰਦੇ ਜਿੱਥੇ ਝੂਠ ਹੈ ਉਹ ਸਮਝ ਲਓ ਵੀ ਨਰਕ ਹੈ। ਹਾਂਜੀ। ਸੱਚ ਪਿਸਤ ਹੈ। ਔਰ ਕੋਈ ਆਖੇ ਬਹਿਸ਼ਤ ਕੀ ਹੈ? ਬਹਿਸ਼ਤ ਆਪਾਂ ਕਹਿ ਦਿੰਦੇ ਹਾਂ ਸਵਰਗ, ਮੁਸਲਮਾਨ ਵੀਰ ਕਹਿ ਦਿੰਦੇ ਆ ਬਹਿਸ਼ਤ। ਮਹਾਰਾਜ ਜੀ ਕਹਿੰਦੇ ਜਿਹੜਾ ਸੱਚ ਹੈ ਇਹਦੇ ਵਰਗਾ ਸਵਰਗ ਕੋਈ ਨਹੀਂ ਸੰਸਾਰ 'ਚ। ਸੱਚ ਕਹਿਣਾ ਤੇ ਸੁਖੀ ਰਹਿਣਾ, ਤੇ ਜਿੱਥੇ ਸੁੱਖ ਹੈ ਉੱਥੇ ਸਵਰਗ ਹੈ। ਸੱਚ ਵਰਗਾ ਸੰਸਾਰ ਦੇ ਵਿੱਚ ਕੋਈ ਸਵਰਗ ਨਹੀਂ। ਬਦ ਜ਼ੁਬਾਨ ਫਿੱਕਾ ਹੈ। ਜਿਹੜਾ ਬਦ ਜ਼ੁਬਾਨ ਹੈ, ਜਿਹਦੀ ਜ਼ੁਬਾਨ ਤੋਂ ਹਮੇਸ਼ਾ ਹੀ ਕੁਝ ਨਾ ਕੁਝ ਕੂੜ ਕਬਾੜ ਹੀ ਨਿਕਲਣਾ, ਜਿਹਦੇ ਬਾਰੇ ਕਹਾਵਤ ਹੈ ਪੰਜਾਬ 'ਚ, ਮੁਰਦਾ ਬੋਲੇ ਤੇ ਖੱਫਣ ਪਾੜੇ। ਮਹਾਰਾਜ ਜੀ ਕਹਿੰਦੇ ਜਿਹੜਾ ਬਦ ਜ਼ੁਬਾਨ ਹੈ ਨਾ, ਜ਼ੁਬਾਨ ਤੋਂ ਬਦ ਗੱਲਾਂ ਕਰਨ ਵਾਲਾ, ਭੈੜੇ ਬੋਲ ਬੋਲਣ ਵਾਲਾ, ਕੜਵੇ ਬੋਲ ਬੋਲਣ ਵਾਲਾ, ਉਹ ਜਿਹੜਾ ਉਹ ਫਿੱਕਾ ਹੈ। ਉਹਦੇ ਜੀਵਨ 'ਚ ਰਸ ਨਹੀਂ ਹੁੰਦਾ, ਉਹਦਾ ਜੀਵਨ ਫਿੱਕਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਮੂੰਹ ਤੋਂ ਫਿੱਕਾ ਬੋਲਦਾ ਉਹਦਾ ਤਨ ਮਨ ਵੀ ਫਿੱਕਾ ਹੈ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ, ਉਹਦਾ ਤਨ ਵੀ ਫਿੱਕਾ, ਉਹਦਾ ਮਨ ਵੀ ਫਿੱਕਾ। ਫਿੱਕਾ ਬੋਲ ਵਿਗੁਚਣਾ। ਜਿਹੜਾ ਫਿੱਕਾ ਬੋਲੇਗਾ ਭਾਈ ਉਹ ਖੁਆਰ ਹੋਵੇਗਾ। ਪਾਤਸ਼ਾਹ ਕਹਿੰਦੇ ਉਹਦੇ ਪੱਲੇ ਖੁਆਰੀ ਪੈਣੀ ਹੈ ਤਾਂ ਸੁਭਾਵਿਕ ਹੈ। ਤੋ ਜਿਹੜਾ ਫਿੱਕਾ ਬੋਲਦਾ ਜਾਂ ਬਦ ਬੋਲਦਾ, ਭੈੜੇ ਬੋਲ ਬੋਲਦਾ, ਉਹ ਫਿੱਕਾ ਹੈ। ਦਰਦਵੰਦ ਦਰਵੇਸ਼ ਹੈ। ਜਿਹੜਾ ਦਰਦਵੰਦ ਹੈ, ਕਿਸੇ ਦਾ ਦਰਦ ਮਹਿਸੂਸ ਕਰਦਾ, ਕਿਸੇ ਦੂਜੇ ਦੀ ਪੀੜਾ ਮਹਿਸੂਸ ਕਰਦਾ, ਖਾਲਸਾ ਜੀ ਉਹ ਹੈ ਦਰਵੇਸ਼। ਜਿਹੜਾ ਕਿਸੇ ਦੂਜੇ ਦਾ ਦਰਦ ਹੀ ਨਾ ਮੰਨੇ, ਕਿਸੇ ਦੂਜੇ ਦੀ ਪੀੜਾ ਹੀ ਨਾ ਮੰਨੇ, ਕੋਈ ਮਰੇ ਤੇ ਭਾਵੇਂ ਜੀਵੇ ਸੁਥਰਾ, ਘੋਲ ਪਤਾਸੇ ਪੀਵੇ, ਉਹ ਦਰਵੇਸ਼ ਕਿਵੇਂ ਹੋਵੇਗਾ? ਜਿਹੜਾ ਕਿਸੇ ਦੂਜੇ ਦਾ ਦਰਦ ਮਹਿਸੂਸ ਕਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਿੰਦੁਸਤਾਨ ਦੇ ਭਾਰਤ ਖੰਡ ਦੇ ਲੋਕਾਂ ਦਾ ਦਰਦ ਮਹਿਸੂਸ ਕੀਤਾ ਕਿ 700 ਸਾਲ ਤੋਂ ਯਾਰਾ ਇਹ ਗੁਲਾਮ ਨੇ, ਕਿਹੋ ਜੀ ਨਰਕ ਭਰੀ ਇਹ ਜ਼ਿੰਦਗੀ ਜੀ ਰਹੇ ਨੇ।
ਉਸ ਦਰਦ ਨੂੰ ਮਹਿਸੂਸ ਕੀਤਾ ਤੇ ਦਰਵੇਸ਼ ਬਣ ਕੇ ਭਾਰਤ ਖੰਡ ਦੇ ਉਸ ਦਰਦ ਨੂੰ ਨਿਵਾਰਨੇ ਵਾਸਤੇ ਮੇਰੇ ਪਾਤਸ਼ਾਹ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਸਤਿ ਸ੍ਰੀ ਅਕਾਲ। ਜਿਹੜਾ ਕਿਸੇ ਦਾ ਦਰਦ ਮਹਿਸੂਸ ਕਰੇ ਉਹ ਦਰਵੇਸ਼ ਹੈ ਗੁਰੂ ਖਾਲਸਾ ਜੀ। ਪੰਥ ਨੇ ਦਇਆ ਭਾਵ ਆਪਣੇ ਹਿਰਦੇ 'ਚ ਰੱਖਿਆ। ਇੱਥੇ ਪੰਜ ਪਿਆਰੇ ਆਉਂਦੇ ਆ ਮਹਾਰਾਜ ਜੀ ਦੇ ਚਰਨਾਂ 'ਚ ਤੇ ਸਭ ਤੋਂ ਪਹਿਲਾਂ ਦਇਆ ਹਾਜ਼ਰ ਹੁੰਦੀ ਆ। ਦਇਆ, ਉਹ ਦਇਆ ਸਿੰਘ ਦੇ ਰੂਪ 'ਚ ਪੰਥ ਦੇ ਵਿੱਚ ਆ ਮਿਲੀ। ਔਰ ਜਦੋਂ ਵੀ ਕਿਸੇ ਨੇ ਆ ਕੇ ਦਰਦਬੰਦ ਹੋ ਕੇ ਪੁਕਾਰ ਕੀਤੀ, ਪੰਥ ਨੇ ਉਸ ਵੇਲੇ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਕੇ ਉਸ ਦਰਦ ਨੂੰ ਨਿਵਾਰਿਆ। ਇਸ ਕਰਕੇ ਗੁਰੂ ਵੀ ਪੰਥ, ਗੁਰੂ ਆਪ ਵੀ ਦਰਵੇਸ਼ ਹੈ। ਔਰ ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਸਿਫਤ ਲਿਖਦੇ ਆ ਤੇ ਸਿਫਤ ਲਿਖਦੇ ਆ ਉਹ ਕਹਿੰਦੇ ਆ ਮੇਰੇ ਸਾਹਿਬ ਕੱਲੇ ਬਾਦਸ਼ਾਹ ਨਹੀਂ ਹਨ, ਦੁਨੀਆ ਦੇ ਬਾਦਸ਼ਾਹ ਦਰਵੇਸ਼ ਨਹੀਂ ਹੁੰਦੇ। ਉਹਨਾਂ ਨੂੰ ਕਿਆ ਪਤਾ ਕਿਸੇ ਦੇ ਦਰਦ ਨੂੰ, ਉਹ ਕੀ ਜਾਣਨ। ਪਰ ਮੇਰੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜਿੱਥੇ ਬਾਦਸ਼ਾਹ ਨੇ ਉੱਥੇ ਉਹ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੇ ਨੇ। ਕੱਲਾ ਮਹਿਸੂਸ ਹੀ ਨਹੀਂ ਕਰਦੇ, ਉਸ ਦਰਦ ਨੂੰ ਨਿਵਾਰਨੇ ਵਾਲੇ ਨੇ। ਇਸ ਕਰਕੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਤੁਸੀਂ ਬਾਦਸ਼ਾਹ ਦਰਵੇਸ਼ ਹੋ। ਦਰਵੇਸ਼ ਬਾਦਸ਼ਾਹ ਵੀ ਹੋਵੇ ਤੇ ਦਰਵੇਸ਼ ਵੀ ਹੋਵੇ, ਇਹ ਕੇਵਲ ਕਲਗੀਧਰ ਪਾਤਸ਼ਾਹ ਦਾ ਸਵਰੂਪ ਹੈ। ਧੰਨ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਦਰਵੇਸ਼ ਦੀ ਪਰਿਭਾਸ਼ਾ ਕੀ ਹੈ। ਪਾਤਸ਼ਾਹ ਕਹਿੰਦੇ ਦਰਵੇਸ਼ ਉਹ ਹੈ ਜਿਹੜਾ ਦਰਦਬੰਦ ਹੈ, ਕਿਸੇ ਦਾ ਦਰਦ ਮੰਨਦਾ, ਕਿਸੇ ਦੇ ਦਰਦ ਨੂੰ ਮਹਿਸੂਸ ਕਰਦਾ ਹੈ। ਬੇਦਰਦ ਕਸਾਈ ਹੈ, ਜਿਹੜਾ ਬੇਦਰਦ ਹੈ, ਜਿਹਦੇ ਅੰਦਰ ਦਰਦ ਹੀ ਨਹੀਂ ਕਿਸੇ ਦਾ, ਪਾਤਸ਼ਾਹ ਕਹਿੰਦੇ ਉਹ ਕਸਾਈ ਆ। ਉਹ ਕਾਹਦਾ ਬਾਦਸ਼ਾਹ, ਉਹ ਕਾਹਦਾ ਦਰਵੇਸ਼, ਉਹ ਕਾਹਦਾ ਸੰਤ, ਜਿਹਦੇ ਅੰਦਰ ਕਿਸੇ ਪ੍ਰਤੀ ਦਰਦ ਹੀ ਨਹੀਂ, ਦਇਆ ਹੀ ਨਹੀਂ। ਪਾਤਸ਼ਾਹ ਕਹਿੰਦੇ ਉਹ ਕਸਾਈ ਹੈ, ਬੇਦਰਦ ਕਸਾਈ ਹੈ। ਇੱਕ ਇੱਕ ਪੰਕਤੀਆਂ, ਤਿੰਨ ਤਿੰਨ ਚਾਰ ਚਾਰ ਅੱਖਰਾਂ ਦੀਆਂ ਪੰਕਤੀਆਂ ਨੇ ਔਰ ਬੜਾ ਵੱਡਾ ਨਿਚੋੜ ਹੈ ਇਹਨਾਂ ਪੰਕਤੀਆਂ 'ਚ। ਤਦ ਇਹਨੂੰ ਹਾਜ਼ਰਨਾਮਾ ਕਹਿੰਦੇ ਹਨ। ਜਿਹੜਾ ਬੇਦਰਦ ਹੈ ਪਾਤਸ਼ਾਹ ਕਹਿੰਦੇ ਉਹ ਕਸਾਈ ਹੈ। ਅੱਗੇ ਹੋਰ ਪੰਕਤੀਆਂ ਉਚਾਰਨ ਕਰ ਰਹੇ ਨੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਿਆਂ ਪ੍ਰਸੰਗਾਂ ਵਿੱਚ ਰਹਿੰਦਾ ਹਾਜ਼ਰਨਾਮਾ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਹੈ ਪੁਰਨ ਹੈ ਸਰਬ ਮੈਂ, ਹੈ ਸੰਗੀ ਹੈ ਨਿਰੰਕਾਰ, ਹੈ ਗੋਬਿੰਦ ਹੈ ਗੁਣ ਨਿਧਾਨ, ਹੈ ਅਪਰੰਪਰ ਹਰ ਹਰੇ, हे संतः क सदा संग, हे ठाकुर हो दासरो, नानक दीज नाम दान, आए प्रभ शरणागति,
ਏਕ ਅੱਖਰ ਹਰ ਮਨ ਬਸਤ ਨਾਨਕ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਦਾ ਕਰ ਸੇਵੰਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਦਾ ਕਰ ਸੇਵੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।